ਬਾਈ ਜੀ ਮੇਰਾ ਨਾਮ ਅਮਨਦੀਪ ਸਿੰਘ ਹੈ। ਮੈਂ ਧੂਰੀ ਪਿੰਡ ਦਾ ਰਹਿਣ ਵਾਲਾ। ਬਾਈ 5 ਫਰਵਰੀ 2016 ਨੂੰ ਮੈਰਿਜ ਹੋਈ ਸੀ ਜੀ ਆਪਣੀ ਕੋਈ ਕੰਟਰੈਕਟ ਮੈਰਿਜ ਨਹੀਂ ਸੀ, ਕੋਈ ਉਹ ਨਹੀਂ ਸੀ, ਲਵ ਮੈਰਿਜ ਨਹੀਂ ਸੀ, ਅਰੇਂਜ ਮੈਰਿਜ ਸੀ। ਤਕਰੀਬਨ ਮੇਰਾ ਜਿਹੜਾ ਬੈਂਕ ਅਕਾਊਂਟ ਥਰੂ ਉਹ 22.5 ਲੱਖ ਤੇ $3000 ਜਾਣ ਤੇ 1.5 ਲੱਖ ਰੁਪਇਆ ਮੈਂ ਸ਼ਾਪਿੰਗ ਵੇਲੇ ਟੋਟਲ 25.5 ਲੱਖ ਰੁਪਇਆ ਮੇਰਾ ਪਹਿਲਾਂ ਤਕਰੀਬਨ 15 ਤੋਲੇ ਸੋਨਾ ਉਹ ਜਾਂਦੀ ਕੈਨੇਡਾ ਜਾਣ ਤੋਂ ਪਹਿਲਾਂ ਆਪਣੇ ਪੇਰੈਂਟਸ ਲਵੇ ਰੱਖ ਕੇ ਗਿਆ ਜਾਂ ਕੁਛ ਨਾਲ ਲੈ ਕੇ ਗਿਆ। ਉਹ ਆਪਾਂ ਉਹਨਾਂ ਨੇ ਕਿਹਾ ਵੀ ਵੀਰ ਜੀ ਭਾਬੀ ਦੇ ਇੱਥੇ ਹਾਲਾਤ ਠੀਕ ਨਹੀਂ, ਵੀ ਮੈਨੂੰ ਹੋਰ ਮੁੰਡਿਆਂ ਦਾ ਅਫੇਅਰ ਦਾ ਪਤਾ ਲੱਗਿਆ ਭਾਬੀ ਦਾ, ਹੈ ਨਾ, ਵੀ ਤੁਸੀਂ ਬਹੁਤ उस समय लग्या नहीं मन दे विच कि सवाल इस बाबत पुछना चाहिए या फिर किसी होर ढंग दे नाल, चलो सीधा नहीं तो किसी होर ढंग दे नाल इस बारे पुछ लिया स्टेज उपर रेलिंग ते खड़े फोन ते गल कर रहा सी अपनी दीदी नाल US च, रियल सिस्टर नाल US च। उदों मैनू रूम चों बचा के आई, उहदे बैग च मोढे ते किट पाई भी सी बैग दा, ते मैनू उत्थों धक्का मारिया। मुंडे नाल कार च घूमदी देखे जां ब्रैम्पटन टर्मीनल ते एक सिल्वर सिटी थिएटर आ ਉਹ 'ਚ देखा किसी मुंडे नाल। फिर मैं उन्होंने सवाल भी पूछे ने। ये भी कहा भी ਵੀਰ जी ਜਿਹੜਾ ਅਸੀਂ ਤੁਹਾਡੇ ਕਜ਼ਨ ਤੋਂ ਫੋਨ ਕਾਲ ਕਰਾਈ ਸੀ ਮਈ 17 ਚ ਵੀ ਉਹ ਅਸੀਂ ਕਹਿ ਕੇ ਕਰਵਾਈ ਸੀ, ਸਾਨੂੰ ਇਹਦੇ ਹਾਲਾਤਾਂ ਦਾ ਪਤਾ ਸੀ। ਉਹ ਐ ਕਾਪੀ ਤੇ ਜੋ ਕੰਪਲੇਂਟ ਸੀ ਉਹਦੇ ਲਾਈਨਾਂ ਮਾਰ ਕੇ ਵੀ ਕਲੀਅਰ ਲਿਖਤਾ ਸੀ, ਨੀਚੇ ਸਾਈਨ ਕਰਤੇ ਸੀ। ਤੋਂ ਲੈ ਕੇ ਜਦੋਂ ਤੋਂ ਅੰਗੇਜਮੈਂਟ ਹੋਈ ਆ ਉਦੋਂ ਤੋਂ ਹੀ ਇਹ ਕਾਰਜ ਦੇ ਵਿੱਚ ਸ਼ਾਮਲ ਹਾਂ। ਜਦੋਂ ਤੋਂ ਮੈਂ ਇੱਥੋਂ ਚਲਿਆ ਗਿਆ ਇੰਡੀਆ ਤੋਂ, ਮੇਰੇ ਨਾਲ ਤਾਂ ਉਦੋਂ ਤੋਂ ਹੀ ਬਦਸਲੂਕੀ ਚੱਲ ਰਹੀ। ਜਾਂਦੀ ਹਾਂ ਮੈਂ ਉੱਥੇ ਜਾ ਕੇ ਉਹਦਾ ਵਰਕ ਪਰਮਿਟ ਵਧਾ ਦੂੰ, ਪਰ ਮੇਰੇ ਮੰਮਾ ਡੈਡੀ ਨਾਲ ਗੱਲ ਕਰ। सत श्री अकाल, तुसीं देख रहे हो सांझा TV ਤੇ मैं ਹਰਜਿੰਦਰ ਸਿੰਘ। ਪੰਜਾਬ ਦੀ ਨੌਜਵਾਨੀ ਵਿਦੇਸ਼ਾਂ ਦੇ ਵੱਲ ਰੁਖ ਕਰ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਆ ਉਹ ਵੱਧ ਤੋਂ ਬੱਤਰ ਉਹਨਾਂ ਨੂੰ ਨਜ਼ਰ ਆਉਂਦੇ ਆ। ਉਹ ਕਹਿੰਦੇ ਆ ਕਿ ਇੱਥੇ ਬੇਰੁਜ਼ਗਾਰੀ ਹੈ, ਇੱਥੇ ਨਸ਼ਾ ਆ, ਇੱਥੇ ਸਿਸਟਮ ਜਿਹੜਾ ਉਹ ਹਿੱਲ ਚੁੱਕਿਆ। ਇਸ ਕਰਕੇ ਸਾਡੀ ਜ਼ਿੰਦਗੀ ਜੇਕਰ ਅਸੀਂ ਖੁਸ਼ਹਾਲੀ ਦੇ ਨਾਲ ਲੰਘਾਉਣੀ ਹੈ ਤਾਂ ਸਾਨੂੰ ਵਿਦੇਸ਼ਾਂ 'ਚ ਜਾਣਾ ਪਊਗਾ। ਉੱਥੇ ਬੇਸ਼ੱਕ ਮਿਹਨਤ ਜਿਹੜੀ ਆ ਉਹ ਦੁੱਗਣੀ ਕਰਨੀ ਪਵੇ, ਪਰ ਅਸੀਂ ਉੱਥੇ ਜਾਵਾਂਗੇ। ਪਰ ਇਸ ਦੇ ਵਿਚਾਲੇ ਹੀ ਇੱਕ ਇਸ ਤਰ੍ਹਾਂ ਦਾ ਵੀ ਸੱਚ ਜਿਹੜਾ ਉਹ ਸਾਹਮਣੇ ਆ ਰਿਹਾ ਕਿ ਕਈ ਨੌਜਵਾਨ ਵਿਦੇਸ਼ ਜਾਂਦੇ ਆ ਪਰ ਠੱਗੀਆਂ ਦਾ ਸ਼ਿਕਾਰ ਹੋ ਜਾਂਦੇ ਆ। ਉਹ ਕਿਸ ਤਰ੍ਹਾਂ, ਕਿਉਂਕਿ ਹੁਣ ਸੋਸ਼ਲ ਮੀਡੀਆ ਦੇ ਉੱਤੇ ਵੀ ਤੁਸੀਂ ਕਈ ਤਰ੍ਹਾਂ ਦੇ ਮਾਮਲੇ ਦੇਖੇ ਹੋਣਗੇ ਜਿਨ੍ਹਾਂ ਦੇ ਵਿੱਚ ਲੜਕਾ ਅਤੇ ਲੜਕੀ ਦਾ ਵਿਆਹ ਹੋ ਜਾਂਦਾ। ਵਿਆਹ ਤੋਂ ਬਾਅਦ ਦੋਵਾਂ ਦੇ ਵਿੱਚੋਂ ਇੱਕ ਜਣਾ ਆਇਲਸ ਕਰਦਾ ਔਰ ਬਾਹਰ ਜਾਂਦਾ। ਜ਼ਿਆਦਾਤਰ ਰੁਝਾਨ ਜਿਹੜਾ ਉਹ ਕੁੜੀਆਂ ਦਾ ਦੱਸਿਆ ਜਾ ਰਿਹਾ ਕਿ ਕੁੜੀਆਂ ਜਿਹੜੀਆਂ ਨੇ ਆਇਲਸ ਕਰਦੀਆਂ ਬਾਹਰ ਚਲੀਆਂ ਜਾਂਦੀਆਂ ਔਰ ਉੱਥੇ ਜਾ ਕੇ ਫਿਰ ਉਹ ਆਪਣੇ ਸਹੁਰਾ ਪਰਿਵਾਰ ਦੇ ਨਾਲ ਉਹ ਨਾਤਾ ਤੋੜ ਲੈਂਦੇ ਆ। ਇਹ ਜਿਹੜੇ ਮਾਮਲੇ ਨੇ ਇਹਨਾਂ ਦੇ ਪਿੱਛੇ ਵੱਖ-ਵੱਖ ਵਜ੍ਹਾ ਜਿਹੜੀਆਂ ਨੇ, ਪਰ ਹਾਲ ਹੀ ਦੇ ਵਿੱਚ ਕਈ ਨੌਜਵਾਨ ਇਸ ਤਰ੍ਹਾਂ ਦੇ ਸਾਹਮਣੇ ਆਏ ਨੇ ਜਿਨ੍ਹਾਂ ਨੇ ਕਿਹਾ ਕਿ ਸਾਡੇ ਨਾਲ ਸਾਡੀਆਂ ਘਰ ਵਾਲੀਆਂ ਨੇ ਠੱਗੀ ਕੀਤੀ ਹੈ, ਧੋਖਾ ਕੀਤਾ, ਇੱਥੇ ਸਾਡੇ ਨਾਲ ਵਿਆਹ ਕਰਵਾਇਆ, ਪਰ ਉਹਨਾਂ ਦੀ ਮਨਸ਼ਾ ਜਿਹੜੀ ਹੈ ਇਸ ਦੇ ਪਿੱਛੇ ਕੁਝ ਹੋਰ ਸੀਗੀ। ਵਿਆਹ ਤੋਂ ਬਾਅਦ ਆਇਲਸ ਕੀਤੀ ਅਤੇ ਬਾਹਰ ਚਲੀਆਂ ਗਈਆਂ ਅਤੇ ਹੁਣ ਨਾ ਤਾਂ ਸਾਨੂੰ ਉੱਥੇ ਬੁਲਾਉਂਦੀਆਂ ਨੇ ਅਤੇ ਨਾ ਹੀ ਉਹਨਾਂ ਦੇ ਵੱਲੋਂ ਸਾਡੇ ਨਾਲ ਜਾਂ ਸਾਡੇ ਪਰਿਵਾਰ ਦੇ ਨਾਲ ਕੋਈ ਗੱਲਬਾਤ ਕੀਤੀ ਜਾਂਦੀ ਹੈ। ਇੱਕ ਇਸੇ ਤਰ੍ਹਾਂ ਦਾ ਹੀ ਮਸਲਾ ਹੈ ਧੂਰੀ ਦਾ। ਇੱਥੋਂ ਦਾ ਨੌਜਵਾਨ ਅਮਨਦੀਪ ਸਿੰਘ, ਜਿਸ ਦਾ ਕਿ ਕੁਝ ਸਾਲ ਪਹਿਲਾਂ ਵਿਆਹ ਹੋਇਆ ਸੀਗਾ ਔਰ ਉਸ ਦੇ ਨਾਲ ਵੀ ਇਸੇ ਤਰ੍ਹਾਂ ਦਾ ਠੱਗੀ ਦਾ ਜਿਹੜਾ ਉਹ ਦਾਅਵਾ ਕੀਤਾ ਜਾ ਰਿਹਾ। ਅੱਜ ਉਸ ਨੌਜਵਾਨ ਦੇ ਅਸੀਂ ਘਰ ਪਹੁੰਚੇ ਹਾਂ, ਉਸ ਦੇ ਪਰਿਵਾਰਕ ਮੈਂਬਰਾਂ ਦੇ ਨਾਲ, ਉਸ ਨੌਜਵਾਨ ਦੇ ਨਾਲ ਗੱਲਬਾਤ ਕਰਾਂਗੇ ਔਰ ਸਾਰੀ ਸੱਚਾਈ ਇਹ ਜਾਣਾਂਗੇ ਕਿਉਂਕਿ ਪੰਜਾਬ ਦੇ ਵਿੱਚ ਪਤਾ ਨਹੀਂ ਕਿੰਨੇ ਮਾਮਲੇ ਜਿਹੜੇ ਆ ਉਹ ਇਸ ਤਰ੍ਹਾਂ ਦੇ ਹੋਣਗੇ ਜਾਂ ਫਿਰ ਕਹਿ ਲਈਏ ਕਿ ਇਸ ਤਰ੍ਹਾਂ ਹੋਰ ਕਿੰਨੇ ਲੋਕ ਸੋਚ ਰਹੇ ਹੋਣਗੇ ਕਿ ਇਸ ਤਰ੍ਹਾਂ ਵਿਦੇਸ਼ ਦਾ ਰੁਖ ਕਰਨਾ ਹੈ। ਘੱਟੋ ਘੱਟ ਉਹ ਲੋਕ ਜਿਹੜੇ ਆ ਉਹ ਬਚੇ ਰਹਿਣ ਅਜਿਹੀ ਠੱਗੀ ਤੋਂ। ਅੱਜ ਗੱਲਬਾਤ ਕਰਦੇ ਹਾਂ
ਪੱਖ ਜਿਹੜਾ ਦੂਸਰੇ ਧਿਰ ਦੀ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ, ਪਰ ਸਭ ਤੋਂ ਪਹਿਲਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਬਾਈ ਜੀ, ਸਭ ਤੋਂ ਪਹਿਲਾਂ ਇਹ ਦੱਸੋ ਕਿ ਆਪਣਾ ਪਿੰਡ ਕਿਹੜਾ, ਆਪਣਾ ਨਾਂ ਕੀ ਹੈ, ਔਰ ਵਿਆਹ ਤੁਹਾਡਾ ਕਦੋਂ ਹੋਇਆ ਸੀ? ਬਾਈ ਜੀ, ਮੇਰਾ ਨਾਮ ਅਮਨਦੀਪ ਸਿੰਘ ਹੈ। ਮੈਂ ਧੂਰੀ ਪਿੰਡ ਦਾ ਰਹਿਣ ਵਾਲਾ ਜੀ। ਮੇਰੀ ਵਾਈਫ ਦਾ ਨਾਮ ਰਤਨਜੋਤ ਕੌਰ ਸੀ, ਉਹ ਬਠਿੰਡੇ ਦੀ ਰਹਿਣ ਵਾਲੇ ਨੇ। ਵਿਆਹ ਕਿਹੜੇ ਸਾਲ 'ਚ ਹੋਇਆ ਸੀ ਆਪਣਾ? ਬਾਈ 5 ਫਰਵਰੀ 2016 ਨੂੰ ਮੈਰਿਜ ਹੋਈ ਸੀ ਜੀ ਆਪਣੀ ਕੋਈ ਕੰਟਰੈਕਟ ਮੈਰਿਜ ਨਹੀਂ ਸੀ, ਕੋਈ ਉਹ ਨਹੀਂ ਸੀ, ਲਵ ਮੈਰਿਜ ਨਹੀਂ ਸੀ, ਅਰੇਂਜ ਮੈਰਿਜ ਸੀ, ਪਰਿਵਾਰਾਂ ਦੀ ਸਹਿਮਤੀ ਨਾਲ ਮੈਰਿਜ ਹੋਈ ਸੀ। ਅੱਛਾ, ਹੁਣ ਮੈਨੂੰ ਇਹ ਦੱਸੋ, ਜੋ ਹੁਣ ਸਾਰਾ ਮਾਮਲਾ ਸਾਹਮਣੇ ਆ ਰਿਹਾ ਹੈ, ਤੁਸੀਂ ਇਹ ਦਾਅਵਾ ਕਰ ਰਹੇ ਹੋ ਕਿ ਲੜਕੀ ਪਰਿਵਾਰ ਨੇ ਸਾਡੇ ਨਾਲ ਠੱਗੀ ਕੀਤੀ ਹੈ, ਕਿਉਂ ਲੱਗਦਾ ਕਿ ਠੱਗੀ ਕੀਤੀ ਹੈ? ਸਾਰਾ ਮਾਮਲਾ ਕੀ ਸੀ? ਕਦੋਂ ਐਲਸ ਕਰਵਾਈ? ਕਦੋਂ ਉਹ ਬਾਹਰ ਗਏ? ਤੁਸੀਂ ਵੀ ਬਾਹਰ ਜਾ ਕੇ ਆਏ ਹੋ, ਕੀ ਸਾਰੀ ਘਟਨਾ ਸੀਗੀ? ਬਈ ਜੋ 5 ਫਰਵਰੀ 2016 ਨੂੰ ਜਦੋਂ ਮੇਰੀ ਮੈਰਿਜ ਹੋਈ ਆ, ਮੈਰਿਜ ਤੋਂ ਤਕਰੀਬਨ 2 ਮਹੀਨਾ ਬਾਅਦ ਉਹ ਮੈਨੂੰ ਕਹਿਣ ਲੱਗ ਗਏ ਵੀ ਕਿਉਂ ਨਾ ਮੈਂ ਆਇਲਸ ਕਰ ਲਾਂ, ਆਪਾਂ ਬਾਹਰ ਚੱਲ ਜਾਂਗੇ। ਮੈਂ ਉਹਨੂੰ ਰੋਕਿਆ ਵੀ ਸੀ, ਕਿਹਾ ਮੈਂ ਕਿਹਾ ਆਪਣੀ USA ਦੀ ਫਾਈਲ ਲੱਗੀ ਵੀ ਆ, ਮੋਮ ਡੈਡ ਦੀ USA 'ਚ ਨੇ, ਵੀ ਆਪਣੀ USA ਦੀ ਫਾਈਲ ਲੱਗੀ ਵੀ ਆ, 8 ਸਾਲਾਂ ਨੂੰ ਆਪਣਾ USA ਦੀ ਫਾਈਲ ਆ ਜਾਣੀ ਆ, ਵੀ ਆਪਾਂ ਨੂੰ ਕੈਨੇਡਾ ਦੀ ਕੀ ਲੋੜ ਆ। ਚਲੋ ਉਹਨੇ ਮੇਰੇ ਤਾਇਆ ਜੀ ਨਾਲ ਗੱਲ ਕਰੀ, ਮੈਂ ਤਾਇਆ ਜੀ ਨਾਲ ਗੱਲ ਕਰੀ। ਮੈਂ ਰੁਕਣਾ ਚਾਹੂੰਗਾ, ਉੱਥੇ ਮਾਪੇ ਤੁਹਾਡੇ ਪੱਕੇ USA ਦੇ ਵਿੱਚ? ਹਾਂਜੀ, USA 'ਚ PR ਨੇ ਜੀ, ਉਹ 2012 ਤੋਂ ਨੇ। USA 'ਚ ਮਾਊਂਟ ਡੈਡ 2012 ਤੋਂ ਨੇ ਜੀ, ਦੀਦੀ 2008 ਤੋਂ ਆ ਜੀ। 8 ਤੋਂ। ਅੱਛਾ, ਹਾਂਜੀ ਠੀਕ ਆ। ਹਾਂ, ਅੱਗੇ ਹੁਣ ਫਿਰ ਤੁਸੀਂ ਉਹਨਾਂ ਨੂੰ ਕਿਹਾ ਕਿ ਉੱਥੇ ਆਪਣੀ ਫਾਈਲ ਲੱਗੀ ਹੋਈ ਹੈ, ਪਰ ਇਹਦੇ ਬਾਵਜੂਦ ਤੁਹਾਡੀ ਘਰਵਾਲੀ ਜਿਹੜੀ ਉਹਨਾਂ ਨੇ ਕਿਹਾ ਕਿ ਕੈਨੇਡਾ ਜਾਣਾ ਆਪਾਂ। ਹਾਂਜੀ ਹਾਂਜੀ, ਉਹ ਮੈਂ ਉਸ ਨੂੰ ਰੋਕਿਆ ਵੀ ਸੀ। ਉਹ ਕਹਿੰਦੀ ਹਲੇ ਇੰਨਾ ਟਾਈਮ ਪਿਆ, 8-9 ਸਾਲ ਲੱਗ ਜਾਣਗੇ, ਉਹਨਾਂ ਚਿਰ ਆਪਾਂ ਕੈਨੇਡਾ ਚੱਲ ਜਾਂਦੇ ਹਾਂ, ਜਦੋਂ ਅਮਰੀਕਾ ਦੀ ਫਾਈਲ ਨਿਕਲੂ ਆਪਾਂ ਅਮਰੀਕਾ ਮੂਵ ਹੋ ਜਾਵਾਂਗੇ। ਉਹਨਾਂ ਨੇ ਇੱਥੇ ਤੱਕ ਮੈਨੂੰ ਗੱਲ ਕਹੀ ਸੀ, ਪਰ ਚਲੋ ਕਿਸੇ ਲੋਟ ਉਹਨੇ ਮੈਨੂੰ ਜਾਂ ਮੇਰੇ ਪੇਰੈਂਟਸ ਨੂੰ, ਮੇਰੇ ਤਾਇਆ ਜੀ ਨੂੰ ਆਈਲੈਸ ਕਰਨ ਲਈ ਐਗਰੀ ਕਰ ਲਿਆ। ਚਲੋ ਅਸੀਂ ਐਗਰੀ ਹੋ ਗਏ, ਅਸੀਂ ਆਇਲਸ ਕਰਾਈ, ਸੰਗਰੂਰ ਆਇਲਸ ਕਰਾਈ ਸੀ ਗ੍ਰੇ ਮੈਟਰਸ ਦੇ, ਅਤੇ ਉਹਨੇ 7 ਬੈਂਡ ਲੈ ਲਏ ਜੀ, ਜੋ ਵਧੀਆ। ਫਿਰ 26 ਦਸੰਬਰ 2016 ਨੂੰ ਉਹਨਾਂ ਦਾ ਵੀਜ਼ਾ ਆ ਗਿਆ ਕੈਨੇਡਾ ਦਾ, ਅਤੇ 11 ਜਨਵਰੀ 2016 ਨੂੰ ਉਹ ਕੈਨੇਡਾ ਲਈ ਚਲੇ ਗਏ, ਦਿੱਲੀ ਏਅਰਪੋਰਟ ਤੋਂ ਜੀ। ਅਤੇ ਉਸ ਟਾਈਮ ਆਇਲਸ ਮੈਂ ਕਰਾਈ। ਆਇਲਸ ਲਈ ਤੋਂ ਬਾਅਦ ਜੋ GIC ਆ, ਫਸਟ ਸੈਮ ਦੀ ਫੀਸ ਜਾਣ ਵੇਲੇ $3000 ਅਤੇ 1.5 ਲੱਖ ਰੁਪਇਆ ਉਹਨੂੰ ਐਕਸਟਰਾ ਵੀ ਸ਼ੋਪਿੰਗ ਵਗੈਰਾ ਕਰਨ ਲਈ, ਉਹ ਸਭ ਕੁਛ ਮੈਂ ਕਰਿਆ। ਉੱਧਰ ਕੈਨੇਡਾ ਜਾ ਕੇ ਵੀ 2nd ਸੈਮ ਦੀ ਫੀਸ, 3rd ਸੈਮ ਦੀ ਫੀਸ, 4th ਸੈਮ ਦੀ ਫੀਸ, ਅਤੇ ਬਾਕੀ 1-2 ਵਾਰੀ ਜਿਵੇਂ ਰੈਂਟ ਮੰਗਦੀ ਰਹੀ, ਰੈਂਟ ਵੀ। ਅਤੇ ਜਿਵੇਂ 1-2 ਵਾਰੀ ਉਹਨੇ ਫ਼ੋਨ ਨੂੰ ਕਿਹਾ ਵੀ ਮੇਰਾ ਫ਼ੋਨ ਖ਼ਰਾਬ ਹੋ ਗਿਆ, ਫ਼ੋਨ ਲਈ iPhone 8 ਪਲੱਸ ਆਇਆ ਸੀ ਉਦੋਂ, ਵੀ iPhone 8 ਪਲੱਸ ਲਈ ਉਦੋਂ ਮੈਂ $1300 ਐਕਸਟਰਾ, ਵੀ ਟੋਟਲ ਤਕਰੀਬਨ ਮੇਰਾ ਜਿਹੜਾ ਬੈਂਕ ਅਕਾਊਂਟ ਥਰੂ ਉਹ 22.5 ਲੱਖ ਅਤੇ $3000 ਜਾਣ 'ਤੇ 1.5 ਲੱਖ ਰੁਪਇਆ ਮੈਂ ਸ਼ੋਪਿੰਗ ਵੇਲੇ, ਟੋਟਲ 25.5 ਲੱਖ ਰੁਪਇਆ ਮੇਰਾ ਪਹਿਲਾਂ ਉਹ ਖਰਚ ਹੋ ਗਿਆ ਸੀ। ਅਤੇ ਜੋ ਇੱਥੇ ਇੰਡੀਆ 'ਚ ਜੋ ਅਸੀਂ ਸੋਨਾ ਵਗੈਰਾ ਸਭ ਕੁਛ ਅਸੀਂ ਪਾਇਆ ਸੀ, ਤਕਰੀਬਨ 15 ਤੋਲੇ ਸੋਨਾ, ਉਹ ਜਾਂਦੀ ਵੀ ਕੈਨੇਡਾ ਜਾਣ ਤੋਂ ਪਹਿਲਾਂ ਆਪਣੇ ਪੇਰੈਂਟਸ ਲਵੇ ਰੱਖ ਗਈ, ਪੇਰੈਂਟਸ ਲਵੇ ਰੱਖ ਕੇ ਗਿਆ ਜਾਂ ਕੁਛ ਨਾਲ ਲੈ ਕੇ ਗਿਆ, ਉਹ ਆਪਾਂ ਨੂੰ ਕੋਈ ਨਹੀਂ ਪਤਾ ਵੀ ਇੱਥੋਂ ਲੈ ਗਈ ਸੀ ਕਿਰਾਂ, ਤਕਰੀਬਨ 15 ਤੋਲੇ ਸੋਨਾ। ਫਿਰ ਜੀ ਬਾਈ ਜੀ ਮੈਨੂੰ ਦੱਸਿਓ, ਇੱਥੇ ਜਦੋਂ ਤੁਸੀਂ ਇਹ ਪੈਸੇ ਭੇਜਦੇ ਰਹੇ ਹੋ, ਜਿੰਨੇ ਵੀ ਹੋਰ ਜਿਹੜੇ ਨੌਜਵਾਨ ਜਾਂਦੇ ਆ, ਲੜਕੀਆਂ ਜਾਂਦੀਆਂ, ਤਾਂ ਉਹ ਤਾਂ ਉੱਥੇ ਜਾ ਕੇ ਜਦੋਂ ਸਟੱਡੀ ਕਰਦੇ ਆ, ਅਤੇ ਨਾਲ ਦੀ ਨਾਲ ਉਹਨਾਂ ਨੇ ਕੰਮ ਵੀ ਕਰਨਾ ਹੁੰਦਾ। ਕਈ ਤਾਂ ਬਹੁਤੇ ਤਾਂ ਇਹ ਹੁੰਦਾ ਕਿ 6 ਮਹੀਨੇ ਸਾਲ ਦਾ ਜਿਹੜੇ ਖਰਚਾ ਲੈ ਕੇ ਚਲੇ ਜਾਂਦੇ ਆ, ਇੱਥੋਂ ਪਰਿਵਾਰ ਨੇ ਭੇਜ ਦਿੱਤਾ, ਉਹ ਤਾਂ ਜ਼ਰੂਰੀ ਹੁੰਦਾ ਕਿ ਤੁਸੀਂ ਫੰਡ ਵਿਖਾਉਣੇ ਵੀ ਹੈ। ਉਸ ਤੋਂ ਬਾਅਦ ਬਹੁਤੇ ਨੌਜਵਾਨ ਜਾਂ ਲੜਕੇ ਲੜਕੀਆਂ ਜੋ ਵੀ ਆ, ਉਹ ਉੱਥੇ ਜਾ ਕੇ ਆਪ ਕਮਾਈ ਕਰਦੇ ਆ, ਅਤੇ ਆਪਣੀਆਂ ਫੀਸਾਂ ਵੀ ਭਰਦੇ ਆ, ਅਤੇ ਆਪਣੇ ਰਹਿਣ ਸਹਿਣ ਦਾ ਖਰਚਾ ਵੀ ਕੱਢਦੇ ਆ। ਤੁਸੀਂ ਨਹੀਂ ਕਦੇ ਸਵਾਲ ਕੀਤਾ ਕਿ ਉੱਥੇ ਤੂੰ ਕੰਮ ਕਰਦੀ ਹੈ, ਨਹੀਂ ਕਰਦੀ, ਜਾਂ ਤੈਨੂੰ ਕੰਮ ਕਰਨਾ ਚਾਹੀਦਾ ਵੀ ਆਪਾਂ ਇੱਥੋਂ ਸਾਰੇ ਪੈਸੇ ਜਿਹੜੇ ਉਹ ਭੇਜ ਰਹੇ ਆ? ਬਈ ਜੀ ਮੈਂ ਜਿਵੇਂ ਤੁਸੀਂ ਕਿਹਾ ਵੀ ਰਹਿਣ ਸਹਿਣ ਲਿਆ ਵੀ ਉੱਥੋਂ ਕੰਮ ਕਰਦੇ ਨੇ ਸਟੂਡੈਂਟ ਜੋ ਵੀ ਜਾਂਦੇ ਨੇ, ਬਈ ਪਹਿਲਾਂ ਉਹਨਾਂ ਦਾ ਕਾਲਜ ਦੀ ਆਫਰ ਲੈਟਰ ਆਈ ਸੀ, ਲੈਂਪਟਨ ਕਾਲਜ ਕੈਂਪਸ ਸਾਰਨੀਆ ਅੰਟਾਰੀਓ 'ਚ। ਉਦੋਂ ਉਹਨਾਂ ਨੇ ਮੈਨੂੰ ਕਿਹਾ ਵੀ ਸਾਰਨੀਆ 'ਚ ਜੋਬ ਅਪਰਚੁਨਿਟੀ ਹੈ ਨਹੀਂ, ਜੋਬ ਵਗੈਰਾ ਹੈ ਨਹੀਂ, ਤਾਂ ਮੈਨੂੰ ਰੈਂਟ ਦਾ ਤੈਨੂੰ ਕਰਨਾ ਪੈਣਾ। ਮੈਂ ਕਿਹਾ ਚਲੋ ਕੋਈ ਗੱਲ ਨਹੀਂ। ਉਦੋਂ ਮੈਂ ਰੈਂਟ ਵਗੈਰਾ ਦਾ ਕਰਿਆ। ਜਦੋਂ 2nd ਸਮੈਸਟਰ 'ਚ ਮੇਰੇ ਡੈਡੀ ਦੀ ਮਾਮਾ ਜੀ ਦੀ ਬੇਟੀ ਉੱਥੇ, ਮੇਰੀ ਭੂਆ ਜੀ ਉੱਥੇ ਨੇ, ਉਹਨਾਂ ਨੇ, ਮੇਰੀ ਭੂਆ ਜੀ ਨੇ, ਫੁੱਫੜ ਜੀ ਨੇ ਕਿਸੇ ਨਾਲ ਗੱਲ ਕਰਕੇ ਉਹਨੂੰ ਲੈਂਪਟਨ ਕਾਲਜ ਮਿਸੀਸਾਗਾ ਦੇ ਕੈਂਪਸ 'ਚ ਚੇਂਜ ਕਰਾਤਾ। ਮੈਂ ਕਿਹਾ ਉੱਥੇ ਜੋਬ ਲਈ ਹੈਗੀ ਆ, ਕਹਿੰਦੀ ਅਸੀਂ ਇੰਨੇ ਚਿਰ ਤੋਂ 20 ਹਾਊਸ ਤੋਂ ਵੱਧ ਜੋਬ ਨਹੀਂ ਕਰ ਸਕਦੇ ਵੀਕ 'ਤੇ, ਕਹਿੰਦੇ ਉਹਦੇ ਨਾਲ ਗੁਜ਼ਾਰਾ ਨਹੀਂ ਹੁੰਦਾ। ਚਲੋ ਮੈਂ ਥੋੜ੍ਹੇ ਫਿਰ ਵੀ ਭੇਜਿਆ। ਮੈਂ ਇਹ ਸਵਾਲ ਪਹਿਲਾਂ ਕੀਤਾ ਸੀ ਬਾਈ, ਜਦੋਂ ਮੈਂ ਭੇਜਦਾ ਰਿਹਾ, ਜੋ ਮੈਂ ਕਿਹਾ ਚਲੋ 20 ਹਾਊਸ ਤਾਂ ਬਹੁਤ ਘੱਟ ਨੇ, ਵੀ ਨਾਲੇ ਵੀ ਉਹ ਵੀ ਨਹੀਂ ਹੋਣਾ,
ਵੀ ਰੈਂਟ ਵੀ ਨਹੀਂ ਨਿਕਲਣਾ, ਬਈ ਆਪਦੀ ਬੱਸ ਦਾ ਜੋ ਵੀ ਹੁੰਦਾ ਪ੍ਰੈਸਟੋ ਕਾਰਡ ਵਗੈਰਾ 'ਚ ਵੀ ਪੈਸੇ ਪਾਉਣੇ ਹੁੰਦੇ ਨੇ, ਫੋਨ ਵਗੈਰਾ ਦਾ ਵੀ ਹੁੰਦਾ, ਮੈਂ ਚਲੋ ਭੇਜਦਾ ਰਿਹਾ ਬਈ ਜੀ। ਮਤਲਬ ਤੁਹਾਡੇ ਦਿਮਾਗ ਦੇ ਵਿੱਚ ਇਹ ਚੀਜ਼ ਸੀ ਕਿ ਘਰ ਵਾਲੀ ਆ, ਚਲੋ ਉੱਥੇ ਕੋਈ ਹੈ ਵੀ ਨਹੀਂ, ਜ਼ਿਆਦਾ ਤੰਗੀ ਪਰੇਸ਼ਾਨੀ ਜਿਹੜੀ ਆ ਉਹ ਨਾ ਚੱਲਣੀ ਪਏ। ਹਾਂਜੀ ਹਾਂਜੀ, ਮੇਨ ਤਾਂ ਮੇਰੇ ਦਿਮਾਗ 'ਚ ਇਹੀ ਸੀ ਵੀ ਕੁਝ ਉਹਨੂੰ ਦਿੱਕਤ ਨਾ ਆਵੇ। ਚਲੋ ਮੈਂ ਇੱਧਰੋਂ ਕਿਵੇਂ ਨਾ ਕਿਵੇਂ ਕਰਕੇ ਕਰਦਾ ਰਿਹਾ। ਮੈਂ ਰਿਸ਼ਤੇਦਾਰਾਂ 'ਚੋਂ ਤੋਂ ਵੀ ਪੈਸੇ ਮੰਗੇ ਨੇ, ਮੈਂ ਵਿਆਜੂ ਵੀ ਪੈਸੇ ਚੱਕੇ ਸੀ। ਉਹ 5 ਸਾਲ ਹੋ ਗਏ ਨੇ, ਉਹੀ 25.5 ਲੱਖ ਨੂੰ ਵਿਆਜ ਚੱਕੇ ਨੂੰ, ਹਜੇ ਤੱਕ ਮੇਰੇ ਤੋਂ ਉਹ ਵੀ ਨਹੀਂ ਦਿੱਤਾ ਗਿਆ ਪੂਰਾ ਵੀਰ ਜੀ। ਅਤੇ ਉਸ ਤੋਂ ਬਾਅਦ ਮੈਨੂੰ ਮਈ 2017 'ਚ ਮੇਰੇ ਕਜ਼ਨ ਬ੍ਰਦਰ ਦੀ ਕਾਲ ਆਈ ਸੀ, ਮੇਰੇ ਮਾਮਾ ਜੀ ਦੇ ਬੇਟੇ ਦੀ। ਉਹ ਉਧਰ ਕੈਨੇਡਾ 'ਚ ਸਟੱਡੀ ਵੀਜ਼ੇ 'ਤੇ ਸੀ ਉਸ ਟਾਈਮ ਵੀ। ਉਹਨਾਂ ਨੇ ਕਿਹਾ ਵੀ ਵੀਰ ਜੀ ਭਾਬੀ ਦੇ ਇੱਥੇ ਹਾਲਾਤ ਠੀਕ ਨਹੀਂ, ਵੀ ਮੈਨੂੰ ਹੋਰ ਮੁੰਡਿਆਂ ਨਾਲ ਅਫੇਅਰ ਦਾ ਪਤਾ ਲੱਗਿਆ ਭਾਬੀ ਦੇ, ਹੈ ਨਾ, ਵੀ ਤੁਸੀਂ ਗੌਰ ਕਰੋ। ਬਟ ਮੈਂ ਉਸ ਟਾਈਮ ਗੌਰ ਨਹੀਂ ਕਰੀ ਵੀਰੇ, ਤੁਹਾਨੂੰ ਸਿੱਧੀ ਗੱਲ ਦੱਸਾਂ, ਕਿਉਂਕਿ ਯਕੀਨ ਨਾ ਹੁੰਦਾ ਵੀ ਪਾਰਟਨਰ ਤੇ ਯਕੀਨ ਹੁੰਦਾ। ਚਲੋ ਉਸ ਤੋਂ ਬਾਅਦ ਮੇਰਾ ਵੀਜ਼ਾ ਆ ਗਿਆ ਮਈ 2018 'ਚ। 13 ਮਈ 2018 ਨੂੰ ਮੈਂ ਕੈਨੇਡਾ ਚਲਾ ਗਿਆ ਸੀ। ਜਦੋਂ ਇਸ ਗੱਲ ਦਾ ਪਤਾ ਲੱਗਿਆ ਸੀਗਾ, ਉੱਧਰੋਂ ਜਾਣਕਾਰੀ ਕਿਸੇ ਨੇ ਦੇ ਦਿੱਤੀ, ਉਸ ਸਮੇਂ ਲੱਗਿਆ ਨਹੀਂ ਮਨ ਦੇ ਵਿੱਚ ਕਿ ਸਵਾਲ ਇਸ ਬਾਬਤ ਪੁੱਛਣਾ ਚਾਹੀਦਾ ਹੈ, ਜਾਂ ਫਿਰ ਕਿਸੇ ਹੋਰ ਢੰਗ ਦੇ ਨਾਲ, ਚਲੋ ਸਿੱਧਾ ਨਹੀਂ ਤਾਂ ਕਿਸੇ ਹੋਰ ਢੰਗ ਦੇ ਨਾਲ ਇਸ ਬਾਰੇ ਪੁੱਛ ਲਿਆ ਜਾਵੇ? ਬਈ ਮੈਂ ਕੋਸ਼ਿਸ਼ ਤਾਂ ਕਰੀ ਤੀ ਪੁੱਛਣ ਦੀ, ਬਟ ਕਹਿੰਦੇ ਮੈਂ ਫਰੈਂਡ ਨਾਲ ਸੀ, ਅਸੀਂ ਅਸਾਈਨਮੈਂਟਾਂ ਦਾ ਹੀ ਕਰਦੇ ਸੀ, ਇਹੋ ਜਿਹਾ ਕੁਛ ਲਾਰੇ ਲਾਏ ਨੇ ਜੀ। ਹਾਂ, ਬਟ ਚਲੋ ਮੈਂ ਕਿਹਾ ਚਲੋ ਅਸਾਈਨਮੈਂਟ ਵਗੈਰਾ ਦਾ ਹੋ ਜਾਂਦਾ, ਪਰ ਕਲੀਅਰ ਗੱਲ ਮੈਨੂੰ ਉਦੋਂ ਕੋਈ ਨਹੀਂ ਸੀ ਹੋਈ। ਜਦੋਂ ਮੈਂ ਮਈ 2018 'ਚ 13 ਮਈ 2018 ਨੂੰ ਕੈਨੇਡਾ ਚਲਾ ਗਿਆ, ਉਦੋਂ ਮੈਨੂੰ ਆਪ ਦੇਖ ਕੇ, ਆਪਦੇ ਅੱਖੀਂ ਦੇਖ ਕੇ ਉਦੋਂ ਯਕੀਨ ਜਿਹਾ ਹੋਇਆ ਸੀ। ਫਿਰ 13 ਮਈ ਨੂੰ ਮੈਂ ਗਿਆ। 18 ਮਈ ਨੂੰ ਜਾਣ ਸਾਰ ਮੇਰੇ ਨਾਲ ਕੋਈ ਰਿਲੇਸ਼ਨ ਨਹੀਂ ਰੱਖਿਆ। ਏਅਰਪੋਰਟ 'ਤੇ ਮੈਨੂੰ ਲੈਣ ਆਏ, ਨਾਲ ਉਹਦੀ ਕੋਈ ਕਾਲਜ ਫਰੈਂਡ ਸੀ, ਮੈਨੂੰ ਨਹੀਂ ਪਤਾ ਕੌਣ ਸੀ, ਕਾਲਜ ਫਰੈਂਡ ਸੀ। ਉਹ ਮੇਰੇ ਨਾਲ ਬਿਲਕੁਲ ਵੀ ਨਹੀਂ ਬੋਲੀ ਏਅਰਪੋਰਟ ਤੋਂ ਘਰ ਤੱਕ ਦੇ ਸਫ਼ਰ 'ਚ। ਸਗੋਂ ਉਹਦੀ ਕਾਲਜ ਫਰੈਂਡ ਨੇ ਮੈਨੂੰ ਕਿਹਾ, ਹੋਰ ਜੀ ਵੀਰ ਜੀ ਕਿਵੇਂ ਰਿਹਾ ਸਫ਼ਰ, ਕੋਈ ਦਿੱਕਤ ਵਗੈਰਾ? ਉਹਨੇ ਜ਼ਰੂਰ ਪੁੱਛਿਆ, ਉਹਨੇ ਮੈਨੂੰ ਪੁੱਛਿਆ, ਪਰ ਉਹਨੇ ਮੈਨੂੰ ਬਿਲਕੁਲ ਵੀ ਨਹੀਂ ਬੁਲਾਇਆ ਏਅਰਪੋਰਟ ਤੋਂ ਘਰ ਤੱਕ। ਇੱਕ ਪਰਿਵਾਰ ਦਾ ਜੀ ਹੁੰਦਾ ਜਦੋਂ ਬਾਹਰ ਵਿਦੇਸ਼ ਦੀ ਧਰਤੀ 'ਤੇ ਆਵੇ, ਉਹ ਜਾਂ ਕਹਿ ਲਈਏ ਕਿ ਬਹੁਤ ਲੰਬੇ ਸਮੇਂ ਬਾਅਦ ਮਿਲਿਆ ਹੋਵੇ, ਉਹ ਵੀ ਜਿਹਦੇ ਨਾਲ ਤੁਸੀਂ ਲਾਵਾਂ ਲਈਆਂ ਆ, ਤਾਂ ਉਹ ਜਮਾਂ ਵੀ ਖੁਸ਼ੀ ਨਹੀਂ ਸੀਗੀ ਚਿਹਰੇ ਦੇ ਉੱਤੇ ਕਿ ਚਲੋ ਇੱਥੇ ਆਏ ਆ, ਕਾਫੀ ਸਮੇਂ ਬਾਅਦ ਅਸੀਂ ਮਿਲਣ ਲੱਗੇ ਹਾਂ, ਜਾਂ ਅੱਜ ਅਸੀਂ ਵਿਦੇਸ਼ ਦੀ ਧਰਤੀ ਦੇ ਉੱਤੇ ਇਕੱਠੇ ਹੋਏ ਹਾਂ? ਜਮਾਂ ਵੀ ਹਾਵ ਭਾਵ ਜਿਹੜੇ ਆ ਉਹ ਚੰਗੇ ਨਹੀਂ ਸੀਗੇ? ਨਹੀਂ ਜੀ, ਬਿਲਕੁਲ ਵੀ ਚਿਹਰੇ 'ਤੇ ਖੁਸ਼ੀ ਨਹੀਂ ਸੀ, ਬਿਲਕੁਲ ਵੀ ਨਹੀਂ ਸੀ। ਪਰ ਸਗੋਂ ਉਹਦੀ ਫਰੈਂਡ ਖੁਸ਼ ਸੀ। ਉਹਦੀ ਫਰੈਂਡ ਨੇ ਮੈਨੂੰ ਵਧੀਆ ਕਿਤੇ ਕਿਹਾ ਵੀ ਆਪਾਂ ਜੇ ਘਰ ਜਾ ਕੇ ਖਾਣਾ, ਘਰ ਜਾ ਇੱਥੇ ਖਾਣਾ। ਉਹਨੇ ਰਸਤੇ 'ਚ ਵੀ ਮੈਨੂੰ ਬਹੁਤ ਕੁਛ ਕਿਹਾ, ਬਈ ਜੀ ਵੀਰ ਜੀ ਕੁਛ ਖਾਣਾ ਪੀਣਾ ਤਾਂ ਵੀ ਕਿਵੇਂ ਸਫ਼ਰ ਵਗੈਰਾ, ਮੇਰੇ ਲਈ ਬਹੁਤ ਕੁਝ ਕਰਿਆ। ਪਰ ਉਹਨੇ ਬਿਲਕੁਲ ਵੀ ਨਹੀਂ ਨਾ ਪੁੱਛਿਆ, ਨਾ ਉਹਦੇ ਚਿਹਰੇ 'ਤੇ ਖੁਸ਼ੀ ਦੀ। ਮਨ ਦੇ ਵਿੱਚ ਸਵਾਲ ਨਹੀਂ ਉਦੋਂ ਆਇਆ ਕਿ ਇਹਨੂੰ ਕੀ ਹੋ ਗਿਆ, ਮੈਂ ਤਾਂ ਬਹੁਤ ਟਾਈਮ ਬਾਅਦ ਇੱਥੇ ਆਇਆ, ਇਕੱਠੇ ਹੋਣ ਲੱਗੇ ਹਾਂ, ਪਰ ਇਹਦੇ ਮੂੰਹ ਦੇ ਉੱਤੇ ਕੋਈ ਖੁਸ਼ੀ ਨਹੀਂ ਹੈ? ਮਨ 'ਚ ਤਾਂ ਆਇਆ ਸੀ ਵੀਰ ਜੀ, ਪਰ ਮੈਂ ਮਖਾਂ ਵਾਲੇ ਨਵੇਂ ਪੈਰ ਧਰੀ ਨੇ ਵੀ ਇਹ ਤੋਂ ਵੀ ਨਾ ਮੇਰਾ ਵੀ ਨਹੀਂ ਕੁਛ ਆ, ਵੀ ਮੈਂ ਤਾਂ ਮੈਨੂੰ ਕੁਛ ਵੀ ਨਹੀਂ ਪਤਾ ਵੀ। ਚਲੋ ਇਹਨੂੰ ਸਾਲ 1.5 ਸਾਲ ਹੋ ਗਿਆ, ਮੈਂ ਉਦੋਂ ਚੁੱਪ ਕਰ ਗਿਆ ਇਸੇ ਗੱਲੋਂ। ਅਤੇ ਉਸ ਤੋਂ ਬਾਅਦ ਵੀਰ ਜੀ ਜਦੋਂ ਕਈ ਵਾਰ ਮੈਨੂੰ ਜਿਵੇਂ ਕਿਸੇ ਮੁੰਡੇ ਨਾਲ ਕਾਰ 'ਚ ਘੁੰਮਦੇ ਦੇਖੇ, ਜਾਂ ਬਰੈਂਪਟਨ ਟਰਮੀਨਲ 'ਤੇ ਇੱਕ ਸਿਲਵਰ ਸਿਟੀ ਸੈਕਟਰ ਆ, ਉਹ 'ਚ ਦੇਖਿਆ ਕਿਸੇ ਮੁੰਡੇ ਨਾਲ, ਫਿਰ ਮੈਂ ਉਹਨੂੰ ਸਵਾਲ ਵੀ ਪੁੱਛਣੇ। ਇਹ ਤੁਸੀਂ ਆਪਦੀ ਅੱਖਾਂ ਨਾਲ ਹੀ ਵੇਖਿਆ ਤੁਸੀਂ ਇਹ ਮੁੰਡਿਆਂ ਦੇ ਨਾਲ ਘੁੰਮਦੇ? ਹਾਂਜੀ ਹਾਂਜੀ ਵੀਰ ਜੀ, ਜਦੋਂ ਬਰੈਂਪਟਨ ਟਰਮੀਨਲ 'ਤੇ ਤਾਂ ਉਦੋਂ ਮੈਂ ਕੰਮ ਤੋਂ ਆ ਰਿਹਾ ਸੀ, ਮੈਂ ਵੇਅਰ ਹਾਊਸ 'ਚ ਜੋਬ ਮਿਲ ਗਈ ਸੀ। ਉਹਦੀਆਂ ਫਰੈਂਡਾਂ ਨੇ ਜੋਬ ਲਈ ਮੇਰਾ ਉਹ ਕਰਿਆ ਸੀ, ਉਹਨੇ ਆਪ ਕੁਛ ਨਹੀਂ ਸੀ ਕਰਿਆ, ਉਹਦੀਆਂ ਫਰੈਂਡਾਂ ਨੇ ਅਪਲਾਈ ਕਰਿਆ ਸੀ ਕਿਤੇ ਉਹ ਦੇ ਕੇ ਰੈਜ਼ੂਮੇ ਵਗੈਰਾ ਏਜੰਸੀ 'ਚ ਉਹਨਾਂ ਨੇ ਕਰਿਆ ਸੀ ਜੀ। ਚਲੋ ਮੈਨੂੰ ਜੋਬ ਮਿਲ ਗਈ ਸੀ, ਤਾਂ ਉਹ ਮੈਂ ਬਰੈਂਪਟਨ ਟਰਮੀਨਲ 'ਤੇ ਬੱਸ ਖੜ੍ਹਦੀ ਹੁੰਦੀ ਆ ਜੀ 15 ਕੁ ਮਿੰਟ, ਉੱਥੇ ਮੈਂ ਦੇਖਿਆ ਸੀ ਦੁਪਹਿਰ ਦੇ ਟਾਈਮ ਮੈਂ ਜੋਬ ਤੋਂ ਆ ਰਿਹਾ ਸੀ। ਹਾਂਜੀ, ਫਿਰ ਉਸ ਤੋਂ ਬਾਅਦ ਇੱਕ ਵਾਰ ਜਦੋਂ ਘਰੇ ਆਉਂਦੇ, ਬਲੈਕ ਕਲਰ ਦੀ ਕਾਰ ਆ, ਉਹ ਕਾਰ ਵਾਲਾ ਡਰੋਪ ਕਰਕੇ ਅੰਦਰ ਆ ਕੇ 10-15 ਮਿੰਟ 5-7 ਮਿੰਟ 10 ਮਿੰਟ ਰੈਸਟ ਵੀ ਕਰਦੀ ਆ, ਚੇਂਜ ਵੀ ਕਰਦੀ ਆ। ਅਤੇ ਉਹਨਾਂ ਟਾਈਮ ਕਾਰ ਵਾਲਾ ਥੋੜ੍ਹਾ ਜਿਹਾ ਘਰ ਤੋਂ ਗਾਂਹ ਜਾ ਕੇ ਪਾਰਕ ਦੇ ਕਿਨਾਰੇ 'ਤੇ ਗੱਡੀ ਲਾ ਲੈਂਦਾ ਸੀ। ਫਿਰ ਮੈਂ ਉਸੇ 'ਚ ਜਾ ਕੇ ਚੱਲ ਜਾਣਾ। ਫਿਰ ਮੈਂ ਉਹ ਤੋਂ ਸ਼ਾਮ ਨੂੰ ਪੁੱਛਿਆ, ਮੈਂ ਕਿਹਾ ਕੌਣ ਸੀ ਗੱਡੀ ਵਾਲਾ? ਕਹਿੰਦੀ ਉਬਰ ਸੀ। ਮੈਂ ਕਿਹਾ ਉਬਰ ਤਾਂ ਇੰਨਾ ਟਾਈਮ ਖੜ੍ਹਦੀ ਨਹੀਂ, ਵੀ ਉਬਰ ਤਾਂ ਤੈਨੂੰ ਡਰੋਪ ਕੀਤਾ ਨਾਲ ਦੀ ਨਾਲ ਚਲੀ ਜਾਂਦੀ ਆ, ਹੋਰ ਨੂੰ ਵੀ ਪਿਕ ਕਰਨਾ ਹੁੰਦਾ। ਫਿਰ ਕਹਿੰਦੀ ਤੂੰ ਮੇਰੇ 'ਤੇ ਸ਼ੱਕ ਕਰਦਾ?
ਫਿਰ ਜਿਵੇਂ ਘਰੇ ਤੀ ਕਿਸੇ ਦਿਨ ਮੈਂ ਘਰੇ ਆ ਜਾਂਦਾ, ਘਰ ਦੇ ਸਾਹਮਣੇ ਦਾ ਪਾਰਕ ਜਿਹਾ ਸੀ, ਪਾਰਕ 'ਚ 2-2 ਘੰਟੇ ਕਾਲ 'ਤੇ ਦੁਪਹਿਰ ਦੇ ਟਾਈਮੇ ਕਦੇ ਕਾਲ 'ਤੇ 2-2 2.5 ਘੰਟੇ। ਫਿਰ ਮੈਂ ਸ਼ਾਮ ਨੂੰ ਪੁੱਛਿਆ ਵੀ ਕਿਹਦੇ ਨਾਲ ਫੋਨ ਸੀ, ਕਿਹਦਾ ਫੋਨ ਸੀ? ਇੰਡੀਆ ਤੋਂ ਸੀ। ਮੈਂ ਕਿਹਾ ਇੰਡੀਆ ਤਾਂ ਰਾਤ ਆ। ਕਹਿੰਦੀ ਫਰੈਂਡਸ ਦਾ ਸੀ ਕਾਲ 'ਚੋਂ, ਅਸੀਂ ਅਸਾਈਨਮੈਂਟ ਦੀਆਂ ਗੱਲ ਕਰਦੇ ਸੀ। ਮੈਂ ਕਿਹਾ ਇੰਨੀ ਲੰਬੀ ਗੱਲ ਤਾਂ ਅਸਾਈਨਮੈਂਟ ਦੀ ਵੀ ਨਹੀਂ ਹੁੰਦੀ, ਉਹ ਤੂੰ ਘਰੇ ਬਹਿ ਕੇ ਵੀ ਕਰ ਸਕਦੇ, ਉੱਥੇ ਧੁੱਪੇ ਕਿਉਂ, ਦਰਖਤ ਦੀ ਛਾਵੇਂ ਤੂੰ ਬੈਠੀ ਆ, ਹੈ ਨਾ। ਫਿਰ ਉਸ ਤੋਂ ਬਾਅਦ ਹੀ ਕਹਿੰਦੀ ਤੂੰ ਮੇਰੇ 'ਤੇ ਸ਼ੱਕ ਕਰਦਾ, ਕਰੀ ਚੱਲ, ਇੱਥੇ ਤਾਂ ਇੱਦਾਂ ਹੀ ਚੱਲਦਾ। ਆਹ ਗੱਲ ਲਾਸਟ 'ਤੇ ਕਰੀਆ, ਕਹਿੰਦੀ ਕਰੀ ਚੱਲ, ਇੱਥੇ ਤਾਂ ਇੱਦਾਂ ਹੀ ਚੱਲਦਾ। ਅਤੇ ਉਸ ਤੋਂ ਬਾਅਦ ਜਦੋਂ ਜੀ ਅਗਸਤ 11 ਅਗਸਤ ਨੂੰ ਜਿੰਨਾ ਕਿ ਘਰੇ ਰਹਿੰਦੇ ਸੀ ਲੈਂਡਲੋਰਡ ਕੇ, ਉਹਨਾਂ ਦੇ ਬੇਟੇ ਦੀ ਬਰਥਡੇ ਪਾਰਟੀ ਸੀ। ਉਹ ਜੋ ਵੀ ਮੈਂ ਦੀਦੀ ਕਹਿੰਦਾ ਸੀ ਜਿੰਨਾ ਕਿ ਰਹਿੰਦੇ ਸੀ, ਉਹ ਦੀਦੀ ਦੇ ਸਿਸਟਰਸ ਆਈਆਂ ਹੋਈਆਂ ਸੀ, ਦੀਦੀ ਦੇ ਬ੍ਰਦਰ ਆਏ ਹੋਏ ਸੀ, ਦੀਦੀ ਦੇ ਮੋਮ ਡੈਡ ਫਰੈਂਡ ਸਰਕਲ 'ਚੋਂ ਆਏ ਹੋਏ ਸੀ। ਉਦੋਂ ਮੈਂ ਸਟੇਅਰਸ ਦੇ ਉੱਪਰ ਰੇਲਿੰਗ 'ਤੇ ਖੜ੍ਹਿਆ ਫੋਨ 'ਤੇ ਗੱਲ ਕਰ ਰਿਹਾ ਸੀ ਆਪਦੀ ਦੀਦੀ ਨਾਲ US 'ਚ, ਰੀਅਲ ਸਿਸਟਰ ਨਾਲ US 'ਚ। ਉਦੋਂ ਮੈਨੂੰ ਰੂਮ 'ਚੋਂ ਬਚਾ ਕੇ ਆਈ, ਉਹਦੇ ਬੈਗ 'ਚ ਮੋਢੇ 'ਤੇ ਕਿੱਟ ਪਾਈ ਵੀ ਸੀ ਬੈਗ ਦਾ, ਅਤੇ ਮੈਨੂੰ ਉੱਥੋਂ ਧੱਕਾ ਮਾਰਿਆ, ਮੈਂ ਥੱਲੇ ਗਿਰ ਗਿਆ ਅਤੇ ਮੇਰਾ ਫੋਨ ਗਿਰ ਗਿਆ। ਫੋਨ ਕਿਤੇ ਉਦੋਂ ਫੁੱਟਣੋਂ ਬਚ ਗਿਆ, ਉਹਨੂੰ ਚਲ ਗਿਰ ਗਿਆ। ਫਿਰ ਦੁਬਾਰਾ ਚੱਕ ਕੇ ਦੁਬਾਰਾ ਕੰਧ ਨਾਲ ਮਾਰ ਕੇ ਭੰਨਿਆ ਮੇਰਾ ਫੋਨ। ਹਾਂਜੀ, ਫਿਰ ਉਸ ਤੋਂ ਬਾਅਦ ਬੋਲਦੀ ਇਹ ਨਿਕਲ ਗਈ ਘਰੋਂ। ਫਿਰ ਦੂਜੀਆਂ ਕੁੜੀਆਂ ਦੀਦੀ ਨੇ ਵੀ ਕਾਲ ਕਰੀ, ਨਹੀਂ ਚੱਕੀ, ਉਹ ਕੱਟ ਦਿੰਦੀ ਸੀ। ਜਿਹੜੇ ਰੀਅਲ ਸਿਸਟਰ ਉਹਨਾਂ ਨੇ ਕਿ ਜਿਹੜੇ ਉੱਥੇ ਮਕਾਨ ਮਾਲਕ ਸੀਗੇ, ਜਿਹੜੇ ਵੀਰ ਜੀ ਮਕਾਨ ਮਾਲਿਕ ਸੀ, ਵੀ ਉਹਨਾਂ ਨੇ ਬੁਲਾਇਆ ਤਾਂ ਉਹਨਾਂ ਨੂੰ ਪਾਰਟੀ ਲਈ ਸੀ ਵੀ ਤੂੰ ਵੀ ਆ ਜਾ, ਤੂੰ ਬਾਹਰ ਕਿਉਂ ਆ। ਉਹ ਚਲੋ ਆਹ ਗੱਲ ਹੋ ਕੇ ਚੱਲ ਗਈ। ਵੀ ਮੈਂ ਉਹਨੂੰ ਪੁੱਛਦਾ ਰਿਹਾ ਸੀ ਵੀ ਪਹਿਲਾਂ ਹੀ ਤੂੰ। ਫਿਰ ਮੈਂ ਉਹਦੇ ਪੇਰੈਂਟਸ ਨਾਲ ਵੀ ਗੱਲ ਕਰੀ। ਜਦੋਂ ਤੁਸੀਂ ਇਹ ਘਟਨਾ ਤੁਹਾਡੇ ਨਾਲ ਵਾਪਰੀ ਹੈ, ਜਿਹੜੇ ਉੱਥੇ ਲੈਂਡਲੋਰਡ ਸੀਗੇ ਜਿਨ੍ਹਾਂ ਦੇ ਘਰੇ ਤੁਸੀਂ ਕਹਿ ਰਹੇ ਹੋ ਕਿ ਇਹ ਪਾਰਟੀ ਸੀਗੀ, ਉਹਨਾਂ ਦਾ ਕੀ ਰਿਐਕਸ਼ਨ ਸੀਗਾ? ਉਹਨਾਂ ਨੇ ਕੋਈ ਗੱਲ ਕੀਤੀ ਜਾਂ ਪੁੱਛਿਆ ਤੁਹਾਡੇ ਕੋਲੋਂ ਕਿ ਇਹ ਮਸਲਾ ਕੀ ਹੈ, ਕਿਉਂ ਇਹਨੇ ਤੈਨੂੰ ਧੱਕਾ ਮਾਰਿਆ ਜਾਂ ਇਸ ਤਰ੍ਹਾਂ ਦਾ ਬਿਹੇਵ ਕੀਤਾ? ਨਹੀਂ ਜੀ, ਉਹਨਾਂ ਨੇ ਕਿਹਾ, ਉਹਨਾਂ ਨੇ ਸਿਰਫ ਇੰਨਾ ਕਿਹਾ ਸੀ ਵੀ ਇਹ ਕੀ ਕਰ ਰਹੀ ਆ, ਤੂੰ ਇਹਦੇ ਪੇਰੈਂਟਸ ਨਾਲ ਗੱਲ ਕਰ ਵੀ ਇਹਦਾ ਆਹ ਕੀ ਕਰ ਰਹੀ ਆ, ਵੀ ਤੂੰ ਹਸਬੈਂਡ ਵਾਈਫ ਹੋ ਤੁਸੀਂ। ਮੈਂ ਉਹਨੂੰ ਦੀਦੀ ਨੂੰ ਮਾੜਾ ਜਿਹਾ ਹਿੰਟ ਦਿੱਤਾ, ਮੈਂ ਕਿਹਾ ਦੀਦੀ ਹਸਬੈਂਡ ਵਾਈਫ ਵਾਲਾ ਤਾਂ ਕੁਛ ਰਿਹਾ ਨਹੀਂ, ਇੰਨਾ ਕੁ ਮੈਂ ਕਹਿਤਾ ਸੀ। ਮੈਂ ਉਹਦੇ ਪੇਰੈਂਟਸ ਨਾਲ ਗੱਲ ਕਰੀ, ਉਹਦੇ ਪੇਰੈਂਟਸ ਨੇ ਉਹਦੀ ਮੰਮੀ ਨਾਲ ਫੋਨ ਕਰਿਆ, ਕਹਿੰਦੀ ਉਹਨੂੰ ਸਾਰੀ ਗੱਲਬਾਤ ਦੱਸੀ ਵੀ ਐਂ ਹੋਰ ਮੁੰਡੇ ਨਾਲ ਫੇਰ ਆ। ਵੀ ਪਹਿਲਾਂ ਤਾਂ ਹਿਰਦੇਜੀਤ ਸਿੰਘ ਸੀ, ਉਹਦੇ ਬ੍ਰੇਕਅਪ ਹੋਣ ਤੋਂ ਬਾਅਦ ਕੁੱਬਰਦੀਪ ਸਿੰਘ ਸਿੱਧੂ ਬਠਿੰਡੇ ਦਾ ਹੀ ਆ, ਉਹਨਾਂ ਦੇ ਏਰੀਏ 'ਚੋਂ ਹੀ ਕੋਈ ਨੀਅਰ ਅਬਾਊਟ ਹੈ। ਫਿਰ ਮੈਨੂੰ ਜਿਹੜੇ ਉਹਦੀਆਂ ਫਰੈਂਡਸ ਸਰਕਲ 'ਚੋਂ ਉਹਦੀਆਂ ਫਰੈਂਡਸ ਨੇ ਇਹ ਵੀ ਕਿਹਾ ਵੀ ਵੀਰ ਜੀ ਜਿਹੜਾ ਅਸੀਂ ਤੁਹਾਡੇ ਕਜ਼ਨ ਤੋਂ ਫੋਨ ਕਾਲ ਕਰਾਈ ਸੀ ਮਈ 17 'ਚ, ਵੀ ਉਹ ਅਸੀਂ ਕਹਿ ਕੇ ਕਰਵਾਈ ਸੀ, ਸਾਨੂੰ ਇਹਦੇ ਹਾਲਾਤਾਂ ਦਾ ਪਤਾ ਸੀ। ਉਹ ਉਹਦੀਆਂ ਫਰੈਂਡ ਸਰਕਲ 'ਚੋਂ ਕਾਲਜ ਦੀਆਂ ਫਰੈਂਡਸ ਨੇ ਕਿਹਾ ਵੀ ਅਸੀਂ ਕਹਿ ਕੇ ਕਰਵਾਈ ਸੀ ਤੁਹਾਡੇ ਬ੍ਰਦਰ ਤੋਂ, ਕਜ਼ਨ ਬ੍ਰਦਰ ਤੋਂ, ਵੀ ਅਸੀਂ ਉਹਨਾਂ ਦਾ ਬਹੁਤ ਔਖਾ ਨੰਬਰ ਵੀ ਲੱਭਿਆ ਸੀ ਮੈਸੇਂਜਰ ਵਗੈਰਾ 'ਤੇ, ਤਾਂ ਅਸੀਂ ਕਾਲ ਕਰਾਈ ਸੀ। ਮਤਲਬ ਕਹਿਣ ਦਾ ਇਹ ਕਿ ਜਿਹੜੀਆਂ ਕੁੜੀਆਂ ਉਹਦੇ ਨਾਲ ਰਹਿੰਦੀਆਂ ਸੀ, ਜੋ ਜਾਣਦੀਆਂ ਸੀਗੀਆਂ, ਉਹਨਾਂ ਨੇ ਤਰਸ ਦੇ ਆਧਾਰ ਦੇ ਉੱਤੇ ਤਾਂ ਉਹਨਾਂ ਨੂੰ ਐਂ ਲੱਗਿਆ ਕਿ ਬੰਦੇ ਦੇ ਨਾਲ ਗਲਤ ਹੋ ਰਿਹਾ ਅਤੇ ਉਹਨੂੰ ਕਾਲ ਕਰਵਾਉਣੀ ਚਾਹੀਦੀ, ਉਹਨੂੰ ਦੱਸਣਾ ਚਾਹੀਦਾ ਸਾਰਾ ਮੈਟਰ, ਤਾਂ ਉਹਨਾਂ ਨੇ ਤੁਹਾਡੇ ਕਜ਼ਨ ਦਾ ਜਿਹੜਾ ਨੰਬਰ ਲੱਭ ਕੇ ਫਿਰ ਸਾਰਾ ਇਹ ਜਾਣਕਾਰੀ ਦਿੱਤੀ ਹੈ। ਹਾਂਜੀ ਵੀਰ ਜੀ, ਉਹਨਾਂ ਨੂੰ ਤਰਸ ਆਇਆ, ਕਿਵੇਂ ਵੀ ਆਪਾਂ ਕਹਿ ਸਕਦੇ ਹਾਂ। ਉਹਨਾਂ ਨੇ ਮੈਨੂੰ ਇੱਥੇ ਤੱਕ ਕਿਹਾ ਸੀ ਵੀ ਅਸੀਂ ਬਹੁਤ ਔਖਾ ਪਹਿਲਾਂ ਤੁਹਾਡੇ ਕਜ਼ਨ ਬ੍ਰਦਰ ਦਾ, ਅਸੀਂ ਪਹਿਲਾਂ ਤੁਹਾਡੀ ID 'ਚੋਂ ਤੁਹਾਡੇ ਬ੍ਰਦਰ ਦਾ ਨੰਬਰ ਦੀ ਕੋਸ਼ਿਸ਼ ਕਰੀ ਵੀ ਜਾਂ ਬ੍ਰਦਰ ਨੂੰ ਕੌਣ ਕਰਨਾ, ਫਿਰ ਅਸੀਂ ਰਿਸ਼ਤੇਦਾਰੀ 'ਚੋਂ ਵੀ ਕਜ਼ਨ ਬ੍ਰਦਰ ਉਹਦੇ ਥਰੂ ਤੁਹਾਡਾ ਮੈਸੇਜ ਪਹੁੰਚਾਇਆ ਵੀ ਸਾਨੂੰ ਵੀ ਸਾਨੂੰ ਉਹਦੇ ਹਾਲਾਤਾਂ ਦਾ ਪਤਾ ਸੀ, ਤਾਂ ਕਰਕੇ ਅਸੀਂ ਤੁਹਾਨੂੰ ਪਹਿਲਾਂ ਥੋੜ੍ਹਾ ਉਹ ਦੱਸਣਾ ਅਵੇਅਰ ਕਰਨਾ ਚਾਹੁੰਦੇ ਸੀ। ਉਹਨਾਂ ਨਾਲ ਕਦੇ ਤੁਹਾਡੀ ਗੱਲ ਹੋਈ ਸੀ ਪਹਿਲਾਂ, ਉਹਦੇ ਤੁਹਾਡੀ ਘਰਵਾਲੀ ਦੇ ਥਰੂ ਕਦੇ ਕਰਾਈ ਹੋਵੇ ਉਹਨਾਂ ਨੇ ਗੱਲਬਾਤ, ਜਾਂ ਵੈਸੇ ਕਦੇ ਹੋਈ ਹੋਵੇ ਕਈ ਇੱਦਾਂ, ਕਦੇ ਤੁਹਾਡੇ ਨਾਲ ਹੋਈ ਗੱਲਬਾਤ ਉਹਨਾਂ ਕੁੜੀਆਂ ਦੀ? ਨਹੀਂ ਜੀ, ਉਹਨਾਂ ਕੁੜੀਆਂ ਦੀ ਮੇਰੇ ਨਾਲ ਪਹਿਲਾਂ ਕਦੇ ਕੋਈ ਗੱਲਬਾਤ ਨਹੀਂ ਸੀ ਹੋਈ, ਨਾ ਮੈਂ ਜਾਣਦਾ ਹੀ ਸੀ। ਜਸਟ ਉੱਦਾਂ ਜਦੋਂ ਫਸਟ ਸਮੈਸਟਰ 'ਚ ਕਲਾਸ 'ਚ ਇਕੱਠੇ ਹੋਏ, ਕਲਾਸਮੇਟਸ 'ਚ ਕਹਿੰਦੀਆਂ ਮੇਰੀਆਂ ਫਰੈਂਡਸ ਨੇ, ਉੱਦਾਂ ਇੱਕ ਵਾਰੀ ਉਹਨਾਂ ਨੇ ਜ਼ਰੂਰ ਕਿਹਾ ਵੀ ਆਹ ਮੇਰੀ ਫਰੈਂਡਸ ਨੇ, ਆਹ ਫਰੈਂਡ ਨੇ ਜਿਹੜੇ ਨਾਨਕੇ ਆਪਣੇ ਧੂਰੀ ਪਿੰਡੀ ਨੇ, ਇਹਦੇ ਨਾਨਕੇ ਆਪਣੇ ਧੂਰੀ ਪਿੰਡ ਨੇ, ਮੈਨੂੰ ਹਾਲੇ ਤੱਕ ਵੀ ਨਹੀਂ ਪਤਾ ਵੀ ਕਿੱਥੇ ਨੇ। ਹਾਂਜੀ, ਚਲੋ ਉਹ ਫਰੈਂਡਾਂ ਦੇ ਥਰੂ ਉਹਨਾਂ ਨੇ ਗੱਲ ਕਰਾਈ ਸੀ ਜੀ, ਤਾਂ ਮੈਨੂੰ ਕੁਛ ਨਹੀਂ ਸੀ ਪਤਾ। ਫਿਰ ਉਸ ਤੋਂ ਬਾਅਦ ਜਦੋਂ 2 ਸਤੰਬਰ ਨੂੰ ਮੈਨੂੰ ਕਹਿੰਦੀ ਮੈਂ ਇੰਡੀਆ ਜਾਣਾ ਕੱਲ੍ਹ ਨੂੰ। ਇਹਦੀ ਇੱਕ ਚੀਜ਼ ਮੈਨੂੰ ਦੱਸਿਓ, ਜਦੋਂ ਇਹ ਚੀਜ਼ ਤੁਹਾਡੇ ਨਾਲ ਵਾਪਰੀ ਹੈ, ਇਹ ਘਟਨਾ ਹੋਈ ਹੈ ਤੁਹਾਡੇ 'ਤੇ, ਇੱਕ ਹਿਸਾਬ ਦੇ ਨਾਲ ਤੁਹਾਡੇ 'ਤੇ ਅਟੈਕ ਕੀਤਾ ਗਿਆ, ਉਸ ਤੋਂ ਬਾਅਦ ਪੁਲਿਸ ਦੇ ਕੋਲੇ ਜਾਂ ਕਿਤੇ ਹੋਰ ਲੀਗਲ ਕੋਈ ਐਡਵਾਈਸ ਤੁਸੀਂ ਲਈ ਸੀ ਕਿ ਵੀ ਮੈਨੂੰ ਕੀ ਕਰਨਾ ਚਾਹੀਦਾ ਇਸ ਬਾਬਤ? ਨਹੀਂ ਵੀਰ ਜੀ, ਉਦੋਂ ਮੈਂ ਕੋਈ ਉਹ ਨਹੀਂ ਸੀ ਲਈ ਨਾ, ਮੈਂ ਨਵਾਂ ਹੀ ਗਿਆ ਸੀ, ਉੱਧਰਲੇ ਇਨਵਾਇਰਮੈਂਟ ਮੁਤਾਬਕ ਮੈਂ ਢਲ ਵੀ ਨਹੀਂ ਸਕਿਆ ਸੀ। ਅਤੇ ਜਾਨ ਸਾਰ
ਜਾਣ ਸਾਰੇ ਹਲੇ ਐ ਹੁੰਦਾ ਵੀ ਆਪਾਂ ਇੰਜੋਏ ਨਵੇਂ ਸ਼ਹਿਰ ਦੇਸ਼ ਆਏ ਹਾਂ। ਉਹ ਇੰਨਾ ਜ਼ਿਆਦਾ ਟੌਰਚਰ, ਮੈਂਟਲੀ ਅਪਸੈਟ, ਇੰਨਾ ਜ਼ਿਆਦਾ ਮੈਂ ਅਪਸੈਟ ਜਿਹਾ ਹੋ ਗਿਆ ਸੀ, ਮੈਨੂੰ ਕੁਛ ਨਹੀਂ ਸੀ ਸੁੱਝ ਰਿਹਾ। ਪੁਲਿਸ ਵਗੈਰਾ ਦੀ ਰਾਇਤ ਦਾ ਵੀ ਉੱਥੇ ਵੀ ਇੰਗਲਿਸ਼ ਔਰ ਫਰੈਂਚ ਚੱਲਦੀ ਆ, ਉਹ 'ਚ ਵੀ ਦਿੱਕਤ ਆਉਂਦੀ ਸੀ ਜੀ। ਅਤੇ ਜੋ ਉਹਦੀਆਂ ਫਰੈਂਡਸ ਸੀ ਉਹ ਆਪਦੇ ਹੋਰ ਕਿਤੇ ਰਹਿਣ ਲੱਗ ਗਏ ਸੀ। ਹਾਂ ਮੇਰਾ ਹੈਲਪਰ ਵੀ ਨਹੀਂ ਸੀ ਉਸ ਟਾਈਮ ਕੋਈ ਨਾਲ, ਨਾ ਮੈਨੂੰ ਕੋਈ ਸੁੱਝ ਰਿਹਾ ਸੀ ਜੀ। ਤੁਸੀਂ ਫਿਰ ਇੱਧਰ ਵਾਪਸ ਕਿਵੇਂ ਆਏ ਇੰਡੀਆ? ਤੁਸੀਂ ਉੱਥੇ ਕਿੰਨਾ ਸਮਾਂ ਜਿਹੜਾ ਉਹ ਰਹਿ ਕੇ ਆਏ ਹੋ, ਔਰ ਇੱਥੇ ਵਾਪਸ ਫਿਰ ਤੁਸੀਂ ਇਹ ਜਦੋਂ ਸਾਰਾ ਕੁਝ ਹੋਇਆ ਤੁਹਾਡੇ ਨਾਲ, ਉਸ ਤੋਂ ਬਾਅਦ ਤੁਸੀਂ ਆਪ ਸੋਚਿਆ ਵਾਪਸ ਆਉਣਾ, ਜਾਂ ਤੁਹਾਡਾ ਜਿਹੜਾ ਵੀਜ਼ਾ ਉਹ ਖਤਮ ਹੋ ਗਿਆ ਸੀ? ਬਈ ਜੀ ਮੇਰਾ ਵੀਜ਼ਾ 30 ਨਵੰਬਰ 2018 ਨੂੰ ਐਕਸਪਾਇਰ ਹੋਣਾ ਸੀ। ਉਸ ਤੋਂ ਪਹਿਲਾਂ ਜਦੋਂ 2 ਸਤੰਬਰ ਨੂੰ ਉਹਨੇ ਮੈਨੂੰ ਦੁਪਹਿਰੇ 1 ਵਜੇ ਕਿਹਾ ਵੀ ਮੈਂ ਕੱਲ੍ਹ ਨੂੰ ਇੰਡੀਆ ਜਾਣਾ। ਮੈਂ ਉਹਨੂੰ ਕਿਹਾ, ਮੈਂ ਕਿਹਾ ਕੀ ਗੱਲ, ਮੈਨੂੰ ਵੀ ਦੱਸਦੀ, ਮੈਂ ਵੀ ਨਾਲ ਚੱਲ ਜਾਂਦਾ। ਕਹਿੰਦੀ ਨਹੀਂ, ਬਸ ਮੈਂ 10-15 ਦਿਨਾਂ ਲਈ ਜਾਣਾ। ਫਿਰ ਮੈਂ ਮੇਰੇ ਤਾਇਆ ਜੀ ਨੂੰ ਇੰਡੀਆ ਦੱਸਿਆ, ਹੈ ਨਾ। ਉਸੇ ਦਿਨ 2 ਨੂੰ ਫਿਰ ਪਹਿਲਾਂ ਮੈਂ ਸ਼ਾਮ ਨੂੰ ਉਹਦੇ ਪੇਰੈਂਟਸ ਨੂੰ ਵੀ ਕਾਲ ਕਰੀ। ਉਹਦੇ ਪੇਰੈਂਟਸ ਨੂੰ ਮੈਂ ਕਿਹਾ ਜੀ ਇਹ ਕੀ ਗੱਲ ਵੀ ਜੋਤ ਨੇ ਕੱਲ੍ਹ ਨੂੰ ਇੰਡੀਆ ਆਉਣਾ? ਕਹਿੰਦੀ, ਮੈਂ ਕਿਹਾ ਮੈਨੂੰ ਦੱਸਿਆ ਨਹੀਂ। ਕਹਿੰਦੀ ਇਹਦੇ ਤਾਂ ਮਹੀਨੇ ਦੀ ਸਲਾਹ। ਮੈਂ ਕਿਹਾ ਮੈਨੂੰ ਤਾਂ ਤੁਸੀਂ ਵੀ ਨਹੀਂ ਦੱਸਿਆ। ਕਹਿੰਦੀ ਇੰਨਾ ਕਹਿ ਕੇ ਜਦੋਂ ਮੈਂ ਕਿਹਾ ਵੀ ਮੈਨੂੰ ਤਾਂ ਤੁਸੀਂ ਵੀ ਨਹੀਂ ਦੱਸਿਆ, ਨਾ ਇਹਨੇ ਦੱਸਿਆ, ਉਹਨਾਂ ਨੇ ਕਾਲ ਕੱਟਤੀ। ਹਾਂਜੀ, ਜਦੋਂ ਮੈਂ ਉਹਦੇ ਹਾਲਾਤਾਂ ਬਾਰੇ ਉਹਦੇ ਪੇਰੈਂਟਸ ਨੂੰ ਦੱਸਿਆ ਤੀ, ਫਿਰ ਮੈਨੂੰ 5-7 ਦਿਨਾਂ ਬਾਅਦ ਉਹਦੀ ਮੰਮੀ ਦਾ ਫੋਨ ਆਇਆ ਸਪੈਸ਼ਲ। ਕਹਿੰਦੀ ਤੂੰ ਐਂ ਕਰ ਵੀ ਇੱਕ ਡਾਇਮੰਡ ਦੀ ਰਿੰਗ ਪਾ ਜਿਹਤੇ 14 ਡਾਇਮੰਡ ਲੱਗੇ ਹੋਣ। ਹਾਂ ਵੀ ਮੈਂ ਕਿਸੇ ਪੰਡਿਤ ਨੂੰ ਪੁੱਛਿਆ ਵੀ ਉਹਦੇ ਨਾਲ ਇਹਦਾ ਸੁਭਾਅ ਸ਼ਾਂਤ ਹੋ ਜੂ। ਮੈਂ ਆਪਦੇ ਮਨ 'ਚ ਸੋਚਿਆ ਵੀ ਜੀ ਪਹਿਲਾਂ ਹੀ 15 ਤੋਲੇ ਤਾਂ ਪਹਿਲਾਂ ਮੇਰਾ ਸੋਨਾ ਚਲਾ ਗਿਆ, ਪੂਰੇ ਬੋਲ ਚਾਲ ਨਹੀਂ, ਕੋਈ ਹਸਬੈਂਡ ਵਾਈਫ ਵਾਲਾ ਕੋਈ ਰਿਲੇਸ਼ਨ ਨਹੀਂ, ਵੀ ਮੈਂ ਹੋਰ ਕਿਵੇਂ ਉੱਪਰ ਦੀ ਕਰਦਾ। ਹਾਂਜੀ, ਨਹੀਂ ਘਰ ਵਾਲੀ ਨੂੰ ਪਾਉਣ ਵਾਸਤੇ ਕਹੀ ਕਿ ਡਾਇਮੰਡ ਦੀ ਰਿੰਗ ਪਾਓ। ਹਾਂਜੀ ਹਾਂਜੀ, ਉਸੇ ਦੀ ਮਾਂ ਨੇ ਆਪਦੀ ਵੀ ਤੂੰ, ਮੈਂ ਕਿਸੇ ਪੰਡਿਤ ਨੂੰ ਪੁੱਛਿਆ ਵੀ ਤੂੰ ਕੁੜੀ ਨੂੰ ਆਹ ਡਾਇਮੰਡ ਦੀ ਰਿੰਗ ਪਾ ਜਿਹਦੇ ਨਾਲ ਉਹਦਾ ਸੁਭਾਅ ਸ਼ਾਂਤ ਹੋ ਜੂ। ਇਹ ਗੱਲ ਦੇ ਵਿੱਚ ਸੱਚਾਈ ਹੈ? ਬਿਲਕੁਲ ਹਾਂਜੀ ਹਾਂਜੀ, 101% ਸੱਚਾਈ ਹੈ ਜੀ। ਮੈਨੂੰ ਦੁਪਹਿਰ ਆਥਣ ਦੇ ਟਾਈਮ ਜਦੋਂ ਮੈਂ ਜੋਬ ਤੋਂ ਕਦੇ ਓਵਰ ਟਾਈਮ ਲਾ ਲੈਂਦਾ ਸੀ, ਉਸ ਵੇਲੇ ਸ਼ਾਮ ਨੂੰ ਜਦੋਂ ਘਰੇ ਆਉਂਦਾ ਉਦੋਂ ਗੱਲ ਹੋਈ ਆ ਜੀ। ਉਸ ਵੇਲੇ ਕਾਲ ਕਰਕੇ, ਆਪ ਕਾਲ ਕਰਕੇ ਖੁਦ ਕਿਹਾ। ਹਾਂ, ਜਦੋਂ ਮੈਂ ਉਹਦੇ ਹਾਲਾਤਾਂ ਬਾਰੇ ਦੱਸਿਆ ਉਦੋਂ 5-7 ਦਿਨ ਕੋਈ ਕਾਲ ਨਹੀਂ ਆਈ। 5-7 ਦਿਨਾਂ ਬਾਅਦ ਉਹਦੇ ਮੰਮੀ ਦੀ ਕਾਲ ਆਈ ਸੀ, ਆਪ ਕਾਲ ਆਈ, ਵਟਸਐਪ 'ਤੇ ਕਾਲ ਆਈ ਸੀ। ਫਿਰ ਜਦੋਂ ਜੀ ਆਹ ਸਾਰੀ ਘਟਨਾਵਾਂ ਤੋਂ ਬਾਅਦ ਇੰਡੀਆ ਆ ਗਈ, ਇੰਡੀਆ ਤਾਇਆ ਜੀ ਨੂੰ ਮਿਲ ਕੇ ਆਏ, ਉਹਦੇ ਪੇਰੈਂਟਸ ਨੂੰ ਮਿਲ ਕੇ ਆਏ ਨੇ, ਬਠਿੰਡੇ ਆਈ ਨੂੰ। ਫਿਰ 17 ਨੂੰ ਜਦੋਂ ਕੈਨੇਡਾ ਵਾਪਸ ਆਈ, ਮੇਰੇ ਲਈ ਵੀ ਨਹੀਂ ਆਈ, ਆਪਦਾ ਪਹਿਲਾਂ ਸਮਾਨ ਕਿਤੇ ਰੱਖ ਕੇ ਆਈ। ਸ਼ਾਮ ਨੂੰ ਆਈ, ਰੂਮ 'ਚੋਂ ਸਮਾਨ ਚੱਕਿਆ, ਜਾਣ ਲੱਗੀ। ਮੈਂ ਕਿਹਾ ਕੀ ਗੱਲ? ਕਹਿੰਦੀ ਮੈਂ ਹੋਰ ਰੂਮ ਦੇਖ ਲਿਆ। ਮੈਂ ਕਿਹਾ ਗੱਲ ਤਾਂ ਦੱਸ ਦੇ ਕੀ ਹੋਈ ਆ? ਕਹਿੰਦੀ ਨਹੀਂ ਬਸ ਮੈਂ ਹੋਰ ਰੂਮ ਦੇਖ ਲਿਆ, ਤੈਨੂੰ ਆਪੇ ਪਤਾ ਲੱਗ ਜੂ। ਮੈਂ ਕਿਹਾ ਆਪੇ ਦਾ ਕੀ ਪਤਾ ਲੱਗਣਾ, ਵੀ ਤੂੰ ਦੱਸਦਾ ਸੀ ਕੁਛ। ਚਲੋ ਚਲੀ ਗਈ। ਇੰਨਾ ਕਹਿ ਕੇ ਉਹੀ ਬਲੈਕ ਕਲਰ ਦੀ ਕਾਰ ਚਾਹੀਦੀ ਸੀ, ਉਸੇ ਬਲੈਕ ਕਲਰ ਦੀ ਕਾਰ ਇਹ ਬਾਹਰੇ ਖੜੀ ਰਹੀ। ਉਦੋਂ ਵੀ ਉਸੇ ਸਮਾਨ ਚੱਕ ਕੇ ਚਲੀ ਗਈ। ਅਤੇ ਫਿਰ ਬਾਅਦ 'ਚ 2 ਵਾਰੀ ਮੈਂ ਲੈਂਡਲੋਡ ਤੋਂ ਕਾਲ ਕਰਾਈ, ਦੀਦੀ ਲੱਗਤੀ। ਉਹਦੇ ਵਿੱਚ ਕੌਣ ਸੀਗਾ ਮੁੰਡਾ, ਉਹ ਪਤਾ ਤੁਹਾਨੂੰ ਕੌਣ ਸੀਗਾ ਉਹਦੇ? ਨਹੀਂ ਜੀ, ਮੁੰਡੇ ਦਾ ਨਹੀਂ ਇੱਦਾਂ ਪਤਾ, ਸ਼ਕਲ ਜ਼ਿਆਦਾ ਰੋਡਾ ਜਿਹਾ ਸੀ ਉਹਦਾ। ਤੁਸੀਂ 2 ਜ਼ਿਕਰ ਕੀਤੇ ਸੀ ਨਾ, 2 ਨਾਂ ਜਿਹੜੇ ਪਹਿਲਾਂ ਲਏ, ਉਹਨਾਂ 'ਚੋਂ ਨਹੀਂ ਕੋਈ ਆਈਡੀਆ ਵੀ ਉਹਨਾਂ 'ਚੋਂ ਸੀਗਾ ਕੋਈ? ਮੈਨੂੰ ਕੋਈ ਆਈਡੀਆ ਨਹੀਂ ਜੀ, ਮੈਂ ਕਿਹੜਾ ਉਹਨਾਂ ਦੀ ਸ਼ਕਲ ਜਾਣਦਾ ਸੀ। ਪਰ ਜਿਹੜਾ ਉਹ ਰਿਲੇਸ਼ਨ ਬਾਰੇ ਮੈਨੂੰ ਉਹਦਾ ਫਰੈਂਡ ਸਰਕਲ ਤੋਂ ਹੀ ਪਤਾ ਲੱਗਿਆ ਸੀ, ਨਾ ਤਾਂ ਮੈਂ ਸ਼ਕਲ ਵਗੈਰਾ ਜਾਣਦਾ ਸੀ। ਤਾਂ ਕਰਕੇ ਉਦੋਂ ਫਿਰ ਮੇਰਾ ਨੰਬਰ ਬਲੌਕ 'ਚ ਪਤਾ ਸੀ ਜਦੋਂ ਘਰ 'ਚ ਚਲੀ ਗਈ ਸੀ 17 ਨੂੰ ਹੈ ਨਾ। ਫਿਰ ਉਸ ਤੋਂ ਬਾਅਦ ਜੀ ਮੈਂ ਲੈਂਡਲੋਡ ਤੋਂ ਕਾਲ ਕਰਾਈ ਵੀ ਆਪਣਾ ਵੀਜ਼ਾ ਐਕਸਪਾਇਰ ਹੋਣ ਵਾਲਾ, ਵੀ ਵੀਜ਼ਾ ਐਕਸਟੈਂਡ ਕਰਵਾਉਣਾ। ਕਹਿੰਦੀ ਦੇਖਾਂਗੇ। 2 ਵਾਰੀ ਮੈਨੂੰ ਲਾਰੇ ਲਾਏ ਨੇ। ਤੀਜੀ ਵਾਰੀ ਮੇਰੇ ਕਾਲ 'ਤੇ ਫੋਨ 'ਤੇ ਹੀ ਕਾਲ ਕਰਕੇ ਕਹਿੰਦੀ ਵੀ 32 ਲੱਖ ਰੁਪਈਆ ਹੋਰ ਦੇ ਦੇ ਜੇ ਤਾਂ ਆਪਦਾ ਵੀਜ਼ਾ ਐਕਸਟੈਂਡ ਕਰਵਾਉਣਾ। 32 ਲੱਖ ਰੁਪਈਆ ਮੈਨੂੰ ਦੇ ਦੇ ਜਾਂ ਮੇਰੇ ਪੇਰੈਂਟਸ ਨੂੰ ਇੰਡੀਆ ਦੇ ਦੇ। ਜਦੋਂ ਮੇਰੇ ਪੇਰੈਂਟਸ ਨੇ ਕਹਿਤਾ ਵੀ ਸਾਡੇ ਲਵੇ 32 ਲੱਖ ਆ ਗਿਆ ਤਾਂ ਮੈਂ ਤੇਰਾ ਵੀਜ਼ਾ ਐਕਸਟੈਂਡ ਕਰਵਾ ਦੂੰਗੀ ਅੱਗੇ। ਵੀ ਵਰਕ ਪਰਮਿਟ ਐਕਸਟੈਂਡ ਕਰਾਉਣ ਵਾਸਤੇ ਕਿਹਾ ਸੀ? ਹਾਂਜੀ, ਵਰਕ ਪਰਮਿਟ ਐਕਸਟੈਂਡ ਕਰਵਾਉਣ ਵਾਸਤੇ, ਕਿਉਂਕਿ 30 ਨਵੰਬਰ ਤੱਕ ਉਹਨਾਂ ਦੀ ਸਟੱਡੀ ਦਾ ਸੀ। ਉਹਨੇ ਟਾਈਮ ਦਾ ਹੀ ਮੈਨੂੰ ਮਿਲਿਆ ਸੀ ਪਹਿਲਾਂ, ਅਤੇ ਅੱਗੇ ਜੋ ਐਕਸਟੈਂਡ ਕਰਵਾਉਣ ਲਈ ਉਹਦੇ ਵਾਸਤੇ 32 ਲੱਖ ਰੁਪਈਆ ਹੋਰ ਮੰਗਣ ਲੱਗ ਗਈ। ਮੈਂ ਕਿਹਾ 32 ਲੱਖ ਕਾਹਦਾ, ਵੀ ਪਹਿਲਾਂ ਤਾਂ 22.5 ਲੱਖ ਤੈਨੂੰ ਮੈਂ ਭੇਜਿਆ, ਵੀ 3 ਲੱਖ ਤੈਨੂੰ ਪਹਿਲਾਂ 25 ਲੱਖ ਟੋਟਲ ਹੈ ਨਾ, ਵੀ ਤੇਰੇ ਕੋਲ ਤੈਨੂੰ ਸਾਰਾ ਖਰਚਾ ਰਿਹਾ। ਮੈਂ ਕਿਹਾ 32 ਲੱਖ ਕਾਹਦਾ? ਮੈਂ ਕਿਹਾ ਮੇਰੇ ਡਾਕੂਮੈਂਟ ਵਗੈਰਾ ਸਾਰੇ ਤਿਆਰ ਕਰੇ ਪਏ ਨੇ, ਆਪਾਂ ਬਹਿ ਕੇ ਗੱਲ ਕਰ ਲਾਂਗੇ, ਤੂੰ ਸਾਈਨ ਕਰ। ਰਿਸਿਪਟਾਂ ਵਾਲਾ ਕੋਈ ਰਿਸਿਪਟਸ ਵਗੈਰਾ ਲੱਗਦੀਆਂ ਹੁੰਦੀਆਂ ਨੇ। ਮੈਂ ਕੈਨੇਡਾ ਦੇ ਲਾਇਰ ਅੰਗਰੇਜ਼ ਅੰਗੂਰਾਨਾ ਤੋਂ ਡਾਕੂਮੈਂਟ ਵਗੈਰਾ ਸਾਰੇ ਤਿਆਰ ਕਰਾ ਲਏ ਸੀ। ਹਾਂਜੀ, ਅਤੇ ਫਿਰ ਉਹਨਾਂ ਨੇ ਕਿਹਾ, ਕਹਿੰਦੀ ਨਹੀਂ 32 ਲੱਖ ਜਾਂ ਮੈਨੂੰ ਦੇ ਦੇ ਜਾਂ ਮੇਰੇ ਪੇਰੈਂਟਸ ਨੂੰ ਇੰਡੀਆ ਦੇ ਦੇ। ਕਹਿੰਦੇ ਸਾਡੀ ਗੱਲ ਹੋ ਗਈ।
ਮੇਰੇ ਪੇਰੈਂਟਸ ਦੇ ਨਾਲ ਮੇਰੀ। ਹਾਂਜੀ, ਉਹਨੇ ਇੱਥੇ ਤੱਕ ਕਿਹਾ। ਫਿਰ ਉਸ ਤੋਂ ਬਾਅਦ ਨਹੀਂ ਐਕਸਟੈਂਡ ਹੋਇਆ ਤਾਂ ਮੈਨੂੰ 30 ਨਵੰਬਰ ਤੋਂ ਪਹਿਲਾਂ ਮੈਨੂੰ ਵਾਪਸ ਇੰਡੀਆ ਆਉਣਾ ਪਿਆ। ਉਸ ਟਾਈਮ ਦੌਰਾਨ ਇੰਡੀਆ ਆਉਣ ਤੋਂ ਪਹਿਲਾਂ ਮੈਨੂੰ ਕੈਨੇਡਾ 'ਚ ਮੈਨੂੰ ਨੋ ਕਾਲਰ ID ਨੰਬਰ ਤੋਂ ਧਮਕੀਆਂ ਵੀ ਮਿਲੀਆਂ ਨੇ। ਪਹਿਲੀ ਵਾਰ ਤਾਂ ਕਹਿੰਦੇ ਜੇ ਤੂੰ ਚੰਗਾ ਚਾਹੁੰਦਾ ਤੂੰ ਇੱਥੋਂ ਚਲਾ ਜਾ। ਹਾਂ, ਫਿਰ ਨਹੀਂ ਤੇਰੇ ਨਾਲ ਐਕਸੀਡੈਂਟ ਹੋ ਜੂ। 3-4 ਵਾਰੀ ਕਾਲ ਆਈ ਆ। ਇੱਕ ਦਿਨ ਆਈ, ਪਹਿਲਾਂ ਆਈ, ਫਿਰ 2 ਦਿਨ ਛੱਡ ਕੇ ਫਿਰ ਅਗਲੇ ਦਿਨ 3 ਵਾਰੀ ਕਾਲ, ਬਿਲਕੁਲ 1-2 ਸੈਕਿੰਡ ਦੀ। ਨਹੀਂ ਇੱਥੇ ਐਕਸੀਡੈਂਟ ਹੋ ਜੂ, ਨਹੀਂ ਇੱਥੇ ਤੂੰ ਮਰ ਵੀ ਸਕਦਾ। ਕੋਈ ਇੱਥੇ ਤੱਕ ਧਮਕੀਆਂ ਵੀ ਮਿਲੀਆਂ ਨੇ। ਉਹ 'ਚ ਜੋ ਮੁੰਡੇ 'ਤੇ ਕਾਲ ਕਰ ਰਹੇ ਸੀ, ਇਹ ਨਹੀਂ ਪਤਾ ਉਹਦੇ ਫਰੈਂਡ ਸਰਕਲ 'ਚ ਵੀ ਕੋਈ ਕਰ ਰਿਹਾ ਸੀ, ਵਿੱਚ ਕੁੜੀ ਬੋਲ ਰਹੀ ਸੀ। ਮੈਨੂੰ ਆਵਾਜ਼ ਜਿੱਥੇ ਤੱਕ ਲੱਗਦਾ ਵੀ ਇਹੀ ਹੋਣੀ, ਪਰ ਮੈਨੂੰ ਕਲੀਅਰ ਨਹੀਂ ਹੈਗਾ ਵੀ ਇਹੀ ਹੋਣੀ। ਮੈਨੂੰ ਆਪ ਲੱਗ ਰਿਹਾ ਵੀ ਧਮਕੀਆਂ ਵੀ ਮਾਰ ਰਹੇ ਸੀ। ਨਹੀਂ, ਮੇਰਾ ਹੋਰ ਕਿਸੇ ਲਵੇ ਨੰਬਰ ਨਹੀਂ ਸੀ, ਸਿਰਫ ਮੇਰੇ ਪਿੰਡ ਦਾ ਇੱਕ ਮੁੰਡਾ ਮਨੀ ਲਵੇ ਨੰਬਰ ਸੀ, ਜਾਂ ਬਸ ਉੱਧਰ ਅਮਰੀਕਾ 'ਚ ਸੀ, ਹੋਰ ਕਿਸੇ। ਉਦੋਂ ਵੀ ਨਹੀਂ ਤੁਸੀਂ ਸੋਚਿਆ ਕਿ ਨਹੀਂ ਮੈਨੂੰ ਪੁਲਿਸ ਦੀ ਲੋੜ ਹੁਣ ਪੈ ਗਈ ਹੈ, ਮੈਨੂੰ ਸ਼ਿਕਾਇਤ ਜਿਹੜੀ ਹੈ ਪੁਲਿਸ ਦੇ ਵਿੱਚ ਦੇਣੀ ਚਾਹੀਦੀ ਹੈ, ਇਹ ਨਾ ਹੋਵੇ ਕਿ ਸੱਚੀ ਮੇਰੇ ਨਾਲ ਕੁਝ ਅਜਿਹਾ ਹਾਦਸਾ ਵਾਪਰ ਜੇ ਬਗਾਨੇ ਦੇਸ਼ ਦੇ ਵਿੱਚ ਬੈਠੇ ਆ? ਨਹੀਂ, ਜਦੋਂ ਮੈਨੂੰ ਇਹ ਗੱਲ ਦਾ ਪਤਾ ਲੱਗਿਆ ਮੈਂ ਆਪ ਨਾ ਉਹ ਹੋ ਗਿਆ ਅਪਸੈਟ, ਮੈਂ ਜਾਣ ਲਈ ਹੋ ਗਿਆ। ਮੈਂ ਕਿਹਾ ਯਾਰ ਇਹ ਤੋਂ ਪਹਿਲਾਂ ਵੀ ਆਪਣੀ ਅਮਰੀਕਾ ਦੀ ਫਾਈਲ ਲੱਗੀ ਵੀ ਆ, ਉਹ 'ਤੇ ਨਾ ਕੁਛ ਹੋ ਜਾਵੇ ਵੀ ਮੈਂ ਚਲਾਂ। ਉਹ ਮੈਨੂੰ ਪੁਲਿਸ 'ਚੋਂ ਕਾਲ ਆਈ, ਪੁਲਿਸ ਸਟੇਸ਼ਨ 'ਚੋਂ। ਉਹਨੇ ਪਹਿਲਾਂ ਕੁਛ ਲਿਖਾਈ ਹੋਣੀ ਕੰਪਲੇਂਟ ਵਗੈਰਾ। ਮੈਂ ਪੁਲਿਸ ਸਟੇਸ਼ਨ 'ਚੋਂ ਮੈਂ ਕਿਹਾ ਨੋ ਇੰਗਲਿਸ਼ ਕਿਹਾ। ਫਿਰ ਉਹਨਾਂ ਨੇ ਪੰਜਾਬੀ ਆਫਿਸਰ ਤੋਂ ਕਾਲ ਕਰਾਈ। ਫਿਰ ਮੈਂ ਉੱਥੇ ਗਿਆ। ਉੱਥੇ ਜਾ ਕੇ ਮੈਂ ਜੋ ਵੀ ਗੱਲ ਕਰਨੀ ਸੀ ਮੈਂ ਉਹਨਾਂ ਨੂੰ ਕਿਹਾ ਨੋ ਇੰਗਲਿਸ਼, ਵੀ ਕੋਈ ਪੰਜਾਬੀ ਆਫਿਸਰ ਆਵੇ। ਪੰਜਾਬੀ ਆਫਿਸਰ ਨਾਲ ਵੀ ਉਹਨੇ ਮੈਨੂੰ ਸਾਰਾ ਕੁਝ ਪੁੱਛਿਆ ਕਰਿਆ। ਕਹਿੰਦੇ ਤੁਹਾਡੇ ਅੰਗੇਜ ਆ ਕੰਪਲੇਂਟ ਆਈ ਆ। ਮੈਂ ਕਿਹਾ ਜੀ ਮੈਨੂੰ ਤਾਂ ਪਤਾ ਨਹੀਂ ਵੀ ਉਹ 'ਚ ਲਿਖਿਆ ਸੀ ਵੀ ਮੈਨੂੰ ਬਲੈਕਮੇਲ ਕਰਦਾ, ਮੈਨੂੰ ਤੰਗ ਕਰਦਾ, ਕੁੱਟਦਾ। ਮੈਂ ਕਿਹਾ ਜੀ ਇਹ ਤਾਂ ਤੁਸੀਂ ਲੈਂਡਲੋਰਡ ਤੋਂ ਵੀ ਪਤਾ ਕਰ ਸਕਦੇ ਹੋ ਹੈ। ਕਹਿੰਦੇ ਬਲੈਕਮੇਲ ਕਰਨਾ। ਮੈਂ ਕਿਹਾ ਜੀ ਉਹਨਾਂ ਨੇ ਸਾਰੀ ਇਨਕੁਆਇਰੀ ਕਰੀ, 3-4 ਦਿਨ ਲੱਗੇ। ਫਿਰ ਮੈਨੂੰ ਕਹਿੰਦੇ ਤੂੰ ਜਾ ਸਕਣਾ, ਤੇਰੇ ਕੋਈ ਉਹ ਨਹੀਂ ਡੇਲੀ ਹਾਂ ਕਲੀਨ ਚਿੱਟ ਦਿੱਤੀ ਨਹੀਂ ਜੀ ਮੈਨੂੰ। ਉਹਨਾਂ ਨੇ ਡਾਇਰੈਕਟ ਕਹਿ ਹਾਂ ਬਸ ਉਹ ਜਿਹੜੀ ਕਾਪੀ 'ਤੇ ਉਹਨਾਂ ਦਾ ਲਿਖਿਆ ਹੋਇਆ ਸੀ ਉਹ ਤਾਂ ਉਹਨਾਂ ਨੇ ਨੀਚੇ ਕਰਕੇ ਕਲੀਅਰ ਲਿਖਤਾ ਸੀ। ਹਾਂ, ਮੇਰੇ ਉਹ ਸਾਹਮਣੇ ਮੈਂ ਲਿਖਿਆ ਸੀ। ਹਾਂ, ਮੇਰੇ ਸਾਹਮਣੇ ਪੁਲਿਸ ਆਫਿਸਰ ਨੇ ਲਿਖਿਆ ਸੀ। ਉਹ ਕਾਪੀ 'ਤੇ ਜੋ ਕੰਪਲੇਂਟ ਸੀ ਉਹ 'ਤੇ ਲਾਈਨਾਂ ਮਾਰ ਕੇ ਵੀ ਕਲੀਅਰ ਲਿਖਤਾ ਸੀ, ਨੀਚੇ ਸਾਈਨ ਕਰਤੇ ਸੀ। ਫਿਰ ਮੈਂ ਆਉਣ ਤੋਂ ਪਹਿਲਾਂ ਜਾ ਕੇ ਆਇਆ ਪੁਲਿਸ ਸਟੇਸ਼ਨ। ਮੈਂ ਕਿਹਾ ਜੀ ਮੇਰੇ ਨਾਲ ਆਹ ਹੋਇਆ ਸੀ ਇੰਨੀ ਤਰੀਕ ਨੂੰ, ਉਦੋਂ ਤਰੀਕ ਖੈਰ ਨਹੀਂ ਯਾਦ, ਅਤੇ ਵੀ ਮੈਨੂੰ ਕਲੀਅਰੈਂਸ ਦੇ ਦਿਓ ਵੀ ਜੇ ਮੈਂ ਦੁਬਾਰਾ ਕਦੇ ਕੈਨੇਡਾ ਆਉਣਾ ਹੋਵੇ ਤਾਂ ਵੀ ਮੈਨੂੰ ਕੋਈ ਦਿੱਕਤ ਨਾ ਆਵੇ। ਕਹਿੰਦੇ ਉਹ ਤੇਰਾ ਉਸ ਵੇਲੇ ਕਲੀਅਰ ਹੋ ਗਿਆ ਸੀ, ਇਹਦੇ ਲਈ ਕੋਈ ਕਲੀਅਰੈਂਸ ਨਹੀਂ ਹੁੰਦੀ। ਕਹਿੰਦੇ ਤੂੰ ਜਾ ਸਕਦਾ, ਜਦੋਂ ਜੀ ਕਰੇ ਦੁਬਾਰੇ ਅਪਲਾਈ ਕਰਕੇ ਜੋ ਮਰਜ਼ੀ ਆ ਸਕਦਾ, ਇਹਦੀ ਕੋਈ ਦਿੱਕਤ ਨਹੀਂ ਆਉਂਦੀ। ਹਾਂਜੀ, ਉਦੋਂ ਉਸ ਸਮੇਂ ਕਿਹਾ ਸੀ ਪੁਲਿਸ। ਦੋਸਤੋ ਇੱਕ ਚੀਜ਼ ਹੋਰ ਤੁਹਾਨੂੰ ਦੱਸ ਦਈਏ ਕਿ ਜੋ ਨੌਜਵਾਨ ਹੈ ਇਹਦੇ ਮਾਤਾ ਪਿਤਾ ਅਮਰੀਕਾ ਦੇ ਵਿੱਚ ਨੇ, ਉੱਥੇ ਇਹਨਾਂ ਦੀ ਸਿਸਟਰ ਜਿਹੜੀ ਆ ਵੱਡੇ ਉਹ ਵੀ ਗਏ ਹੋਏ ਆ, ਔਰ ਉਹਨਾਂ ਦੇ ਕੋਲ ਹੀ ਉਹ ਰਹਿੰਦੇ, ਜ਼ਿਆਦਾ ਸਮਾਂ ਉੱਥੇ ਬਿਤਾਉਂਦੇ ਆ, ਅਤੇ ਇੱਥੇ ਪੰਜਾਬ ਵੀ ਉਹ ਕੁਝ ਸਮੇਂ ਦੇ ਲਈ ਆ ਜਾਂਦੇ ਆ। ਔਰ ਇਹਦੇ ਤਾਇਆ ਜੀ ਜਿਹੜੇ ਆ ਉਹ ਇੱਥੇ ਨਾਲ ਹੀ ਰਹਿੰਦੇ ਆ, ਘਰ ਸਾਹਮਣੇ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ, ਕਿਉਂਕਿ ਨੌਜਵਾਨ ਨੇ ਜੋ ਜ਼ਿਕਰ ਕੀਤਾ ਹੈ ਕਿ ਜਦੋਂ ਇਹ ਬਾਹਰ ਕੈਨੇਡਾ ਦੇ ਵਿੱਚ ਸੀਗਾ, ਜਦੋਂ ਇਹ ਸਾਰੀ ਘਟਨਾ ਉੱਥੇ ਵਾਪਰੀ ਹੈ ਇਹਦੇ ਨਾਲ, ਉਸ ਤੋਂ ਬਾਅਦ ਫਿਰ ਇਹਨੇ ਆਪਣੇ ਤਾਇਆ ਜੀ ਨੂੰ ਜਿਹੜਾ ਇਸ ਘਟਨਾ ਦੇ ਬਾਰੇ ਦੱਸਿਆ, ਤਾਂ ਜੋ ਉਹ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਜਾ ਕੇ ਗੱਲਬਾਤ ਕਰਨ, ਉਹਨਾਂ ਤੋਂ ਜਾ ਕੇ ਪੁੱਛਣ ਕਿ ਕੀ ਵਾਕਿਆ ਹੀ ਇਹ ਜੋ ਲੜਕੀ ਕਰ ਰਹੀ ਹੈ ਉਹ ਤੁਹਾਨੂੰ ਵੀ ਇਹਨਾਂ ਗੱਲਾਂ ਦਾ ਪਤਾ, ਜਾਂ ਫਿਰ ਸਿਰਫ ਉਹ ਆਪਣੇ ਪੱਧਰ ਦੇ ਉੱਤੇ ਹੀ ਇਹ ਸਟੈਪ ਲੈ ਰਹੀ ਹੈ ਅਤੇ ਮੁੰਡੇ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਨਾਂ ਕੀ ਹੈ ਜੀ ਤੁਹਾਡਾ? ਮੇਰਾ ਨਾਮ ਅਵਤਾਰ ਸਿੰਘ ਹੈ ਜੀ। ਹਾਂਜੀ, ਮੈਂ ਅਮਨਦੀਪ ਸਿੰਘ ਜਿਹਦੇ ਨਾਲ ਇਹ ਹਾਦਸਾ ਵਾਪਰਿਆ, ਸਾਰਾ ਕਹਾਣੀ ਹੋਈ ਹੈ। ਮੈਂ ਇਹ ਸਾਰੇ ਕਾਰਜ ਮੁੱਢ ਤੋਂ ਲੈ ਕੇ ਜਦੋਂ ਤੋਂ ਅੰਗੇਜਮੈਂਟ ਹੋਈ ਹੈ ਉਦੋਂ ਤੋਂ ਹੀ ਇਹ ਕਾਰਜ ਦੇ ਵਿੱਚ ਸ਼ਾਮਲ ਹਾਂ, ਕਿਉਂਕਿ ਇਹਦਾ ਡੈਡੀ ਹੈ ਜਿਹੜਾ ਉਹ ਅਮਰੀਕਾ 'ਚ ਰਹਿੰਦਾ। ਜੋ ਵੀ ਕਾਰਗੁਜ਼ਾਰੀ ਹੈ ਇੱਥੇ ਦੀ, ਉਹ ਸਾਰਾ ਕਾਰੋਬਾਰ ਸਾਡਾ ਇਕੱਠਾ ਹੈ। ਜੋ ਜਾਂਦੀ ਜ਼ਿੰਮੇਵਾਰੀ ਉਹ ਸਾਰੀ ਮੈਂ ਹੀ ਚਲਵਾ ਰਿਹਾ ਹੈ, ਸਾਰਾ ਮੇਰੀ ਕਸਟਡੀ 'ਚ ਹੋ ਰਿਹਾ ਹੈ ਸਾਰਾ ਕੰਮ। ਅਤੇ ਦੱਸਿਓ, ਜਿਹੜੀ ਅਮਨਦੀਪ ਨੇ ਇਹ ਗੱਲ ਕੀਤੀ ਹੈ ਕਿ ਜਦੋਂ ਮੈਂ ਕੈਨੇਡਾ ਦੇ ਵਿੱਚ ਸੀਗਾ, ਜਦੋਂ ਮੈਨੂੰ ਇਹ ਸਾਰੀ ਘਟਨਾ ਦੇ ਬਾਰੇ ਪਤਾ ਲੱਗਿਆ, ਪਤਾ ਤਾਂ ਚਲੋ ਇਹਨੂੰ ਪਹਿਲਾਂ ਲੱਗ ਗਿਆ ਸੀਗਾ ਜਿਹੜੀ ਇਹਦੀਆਂ ਗੱਲਾਂ, ਇਹਨੇ ਕਿਹਾ ਕਿ ਜਦੋਂ ਮੈਨੂੰ ਇਹ ਲੱਗਿਆ ਕਿ ਨਹੀਂ ਹੁਣ ਰਿਸ਼ਤਾ ਜਿਹੜਾ ਉਹ ਟੁੱਟਣ ਕਿਨਾਰੇ ਪਹੁੰਚ ਚੁੱਕਿਆ, ਜਾਂ ਫਿਰ ਜੋ ਕੁਝ ਮੇਰੇ ਨਾਲ ਵਾਪਰ ਰਿਹਾ ਇੱਕ ਸਾਜ਼ਿਸ਼ ਦਾ ਹਿੱਸਾ ਆ। ਉਸ ਤੋਂ ਬਾਅਦ ਤੁਹਾਡੇ ਨਾਲ ਗੱਲ ਹੋਈ, ਕੀ ਕੁਝ ਅਮਨਦੀਪ ਨੇ ਦੱਸਿਆ ਸੀਗਾ ਅਤੇ ਕੀ ਕੁਝ ਲੜਕੀ ਦੇ ਪਰਿਵਾਰ ਨੂੰ ਜਾ ਕੇ ਤੁਸੀਂ ਦੱਸਿਆ, ਅਤੇ ਕੀ ਉਹਨਾਂ ਨੇ ਅੱਗੋਂ ਕਿਹਾ? ਜਦੋਂ ਇਹਨੇ ਮੈਨੂੰ ਇਹ ਇੰਡੀਆ ਕੁੜੀ ਆਈ, ਉਸ ਦਿਨ ਤੋਂ ਬਾਅਦ ਮੈਨੂੰ ਫੋਨ ਕੀਤਾ ਵੀ ਐਂ ਕਰਕੇ ਰਤਨਜੋਤ ਇੱਥੇ ਇੰਡੀਆ ਆਈ ਹੋਈ ਹੈ, ਅੱਜ ਇੱਥੋਂ ਚੜ੍ਹੀ ਹੈ, ਤੁਸੀਂ ਉਹਨਾਂ ਨੂੰ ਮਿਲ ਕੇ ਆਓ। ਵੀ ਮੇਰੇ ਨਾਲ ਤਾਂ ਇੱਥੋਂ ਤੋਂ ਜਦੋਂ ਤੋਂ ਮੈਂ ਇੱਥੋਂ ਚਲਿਆ ਗਿਆ ਇੰਡੀਆ ਤੋਂ, ਮੇਰੇ ਨਾਲ ਤਾਂ ਉਦੋਂ ਤੋਂ ਹੀ ਬਦਸਲੂਕੀ ਚੱਲ ਰਹੀ ਹੈ। ਨਾ ਤਾਂ ਮੇਰੇ ਨਾਲ ਉਸ ਦਿਨ ਤੋਂ ਹੀ ਇਹ ਪਤੀ ਪਤਨੀ ਵਾਲਾ ਸੰਬੰਧ ਰੱਖਿਆ ਇਹਨੇ ਮੇਰੇ ਨਾਲ ਕੋਈ,
ਮੈਂ ਆਪਦੀ ਜਗ੍ਹਾ ਥੱਲੇ ਨੀਚੇ ਜਗ੍ਹਾ ਰਸੋਈ 'ਚ ਪੈਂਦਾ ਸੀ, ਇਹ ਉੱਪਰ ਪੈਂਦੀ ਸੀ ਆਪਦੇ ਕਮਰੇ 'ਚ। ਅੱਛਾ। ਅਤੇ ਮੇਰੇ ਨਾਲ ਬੋਲਦੀ ਨਹੀਂ, ਮੇਰੇ ਨਾਲ ਹਰ ਵਕਤ ਮਾੜਾ ਹੀ ਵਿਵਹਾਰ ਕਰਦੀ ਹੈ। ਮੈਨੂੰ 2 ਵਾਰੀ ਇਹਨੇ ਮਾਰਨ ਦੀ ਵੀ ਕੋਸ਼ਿਸ਼ ਕੀਤੀ ਹੈ, ਕਿਹੜਾ ਮੈਨੂੰ ਪੌੜੀਆਂ 'ਚ ਧੱਕਾ ਦਿੱਤਾ, ਕਿਹੜਾ ਮੈਨੂੰ ਇਹਨੇ ਮੇਰਾ ਗਲਾ ਘੁੱਟਣ ਦੀ ਵੀ ਕੋਸ਼ਿਸ਼ ਕੀਤੀ ਸੁੱਤੇ ਪਏ ਦਾ। ਜਾਣੀ ਦੀ ਇਹ ਜੋ ਹਾਲਾਤ ਇਹਨੇ ਸਾਨੂੰ ਪਹਿਲਾਂ ਬਿਲਕੁਲ ਨਹੀਂ ਦੱਸਿਆ। ਜਦੋਂ ਰਤਨਜੋਤ ਉਰੇ ਆਈ ਹੈ ਫਿਰ ਇਹਨੇ ਸਾਨੂੰ ਦੱਸਣਾ ਸ਼ੁਰੂ ਕੀਤਾ, ਇਹ ਮੇਰੇ ਨਾਲ ਤਾਂ ਆਹ ਕਹਾਣੀ ਵਾਪਰ ਰਹੀ ਹੈ। ਚਲੋ ਅਸੀਂ ਉਸ ਤੋਂ ਬਾਅਦ ਜਦੋਂ ਤਕਰੀਬਨ ਇਹ ਮੈਨੂੰ 5-6 ਤਰੀਕ ਦੀ ਗੱਲ ਹੈ, ਮੈਂ ਚਰਨਜੀਤ ਨਾਲ ਸੰਪਰਕ ਕੀਤਾ, ਜਿਹਨੇ ਵਿਚੋਲਗੀ ਦਾ ਰੋਲ ਅਦਾ ਕੀਤਾ, ਕਿਉਂਕਿ ਇਹਦੇ ਮੰਮੀ ਡੈਡੀ ਉਰੇ ਹੈ ਨਹੀਂ ਸੀਗੇ। ਅਤੇ ਮੈਂ ਉਹਦੇ ਨਾਲ ਗੱਲ ਕੀਤੀ, ਮੈਂ ਕਿਹਾ ਯਾਰ ਆਪਣੇ ਨਾਲ ਤਾਂ ਆਹ ਗੱਲ ਹੋ ਰਹੀ ਹੈ। ਉਹ ਕਹਿੰਦਾ ਮੈਨੂੰ ਵੀ ਨਹੀਂ ਕੋਈ ਗੱਲ ਦੱਸੀ ਹੈਗੀ। ਚਲੋ ਅਸੀਂ ਦੋਹਾਂ ਨੇ ਇਕੱਠੇ ਹੋ ਕੇ ਸਾਰੀ ਵਿਚਾਰ ਕੀਤਾ। ਵਿਚਾਰ ਕਰਨ ਤੋਂ ਬਾਅਦ ਅਸੀਂ 15 ਤਰੀਕ ਨੂੰ 15/9/2018 ਨੂੰ ਉਹਨਾਂ ਦੇ ਘਰ ਬਠਿੰਡਾ ਵਿਖੇ ਪਹੁੰਚੇ। ਉਹਦੇ ਪਿਤਾ ਦਾ ਨਾਮ ਹੈ ਰਤਨਜੋਤ ਕੌਰ ਪੁੱਤਰੀ ਬਲਜਿੰਦਰ ਸਿੰਘ, ਜੋ ਕਿ ਬਿਜਲੀ ਮਹਿਕਮੇ 'ਚ ਜੇਈ ਲੱਗਿਆ ਹੋਇਆ। ਉਹਦੀ ਮਾਤਾ ਦਾ ਨਾਮ ਹੈਗਾ ਭੁਪਿੰਦਰਜੀਤ ਕੌਰ। ਅਤੇ ਅਸੀਂ ਉਹਨਾਂ ਨੂੰ ਮਿਲੇ, ਘਰੇ ਗਏ। ਉਹਨਾਂ ਦੇ ਘਰੇ ਜਾ ਕੇ ਪਹਿਲੀ ਗੱਲ ਤਾਂ ਜੋ ਜਨਾਨੀਆਂ ਦੇ ਫਰੇਮ ਹੁੰਦੇ ਨੇ, ਰੋਣਾ, ਉੱਚੀ ਉੱਚੀ ਰੋਣਾ ਸ਼ੁਰੂ ਕਰਤਾ। ਮੈਂ ਕਿਹਾ ਬੇਟੇ ਰੋਈਦਾ ਨਹੀਂ ਹੁੰਦਾ, ਜੋ ਗੱਲ ਹੋਈ ਹੈ ਮੈਨੂੰ ਦੱਸ। ਮੈਂ ਅਮਨਦੀਪ ਨੂੰ ਕਹਿਣ ਵਾਲੀ ਕੋਲ ਮੈਂ ਉਹਨੂੰ ਕਹੂੰਗਾ, ਜੇ ਤੇਰੇ 'ਚ ਕੋਈ ਗੱਲ ਹੋਊਗੀ ਤਾਂ ਮੈਂ ਤੈਨੂੰ ਕਹੂੰਗਾ। ਮਾਫ਼ ਕਰਿਓ, ਮੈਂ ਨਾ ਤੁਹਾਨੂੰ ਰੁਕਣਾ ਚਾਹੁੰਦਾ। ਮੈਂ ਇੱਕ ਗੱਲ ਕਹਿਣੀ ਸੀ, ਜੋ ਵੀ ਚੀਜ਼ ਹੋਏ ਉਹਨੂੰ ਸਾਫ਼-ਸਾਫ਼ ਬਿਆਨ ਕਰਿਓ, ਜੋ ਸੱਚਾਈ ਹੈ। ਇਹ ਨਾ ਹੋਏ ਕਿ ਕੱਲ੍ਹ ਨੂੰ ਆਪਾਂ ਨੂੰ ਗੱਲ ਦੇਣੀ ਆ ਜੇ, ਕਿਉਂਕਿ ਮੈਂ ਦੂਸਰੇ ਪਰਿਵਾਰਕ ਮੈਂਬਰਾਂ ਨਾਲ ਵੀ ਕੋਸ਼ਿਸ਼ ਕਰਾਂਗਾ ਗੱਲਬਾਤ ਕਰਨ ਦੀ। 100% ਸੱਚ ਹੋਊਗਾ ਜੀ, ਕੋਈ ਝੂਠ ਨਹੀਂ ਹੋਊਗਾ। ਮੈਂ ਤੇ ਚਰਨਜੀਤ 15/9/2018 ਨੂੰ ਉਹਨਾਂ ਦੇ ਘਰ ਗਏ। ਉਸ ਦਿਨ ਇਹ ਕੁੜੀ ਨੇ ਇੱਥੋਂ ਰਤਨਜੋਤ ਨੇ ਜਾਣਾ ਸੀਗਾ ਕੈਨੇਡਾ ਵਾਸਤੇ ਵਾਪਸੀ। ਅੱਛਾ। ਚਲੋ ਸਾਡੇ ਨਾਲ ਬੈਠੇ ਗੱਲਾਂ ਮਾਰੀਆਂ। ਉਹਨੇ ਪਹਿਲਾਂ ਤਾਂ ਜਿਹੜਾ ਉਹ ਕੀਤਾ, ਰੋਣਾ ਦਾ ਸ਼ੁਰੂ ਕਰਤਾ। ਰੋਣ ਤੋਂ ਬਾਅਦ ਜਦੋਂ ਚਲੋ ਅਸੀਂ ਕਿਹਾ ਬੇਟੇ ਕੋਈ ਗੱਲ ਨਹੀਂ, ਜੋ ਗੱਲ ਵਾਪਰੀ ਹੋਈ ਹੈ ਉਹ ਕੋਈ ਗੱਲ ਨਹੀਂ। ਮੈਂ ਅਮਨਦੀਪ ਨੂੰ ਵੀ ਕਹਿ ਕੇ ਤੁਸੀਂ ਪਿਛਲੀ ਜਿਹੜੀਆਂ ਗੱਲਾਂ ਹੋਈਆਂ ਇਹਨਾਂ ਨੂੰ ਸਾਰਿਆਂ ਨੂੰ ਭੁਲਾ ਕੇ ਨਵੀਂ ਜ਼ਿੰਦਗੀ ਬਤੀਤ ਕਰੋ, ਵਧੀਆ ਢੰਗ ਨਾਲ ਰਹੋ। ਤੁਸੀਂ 2 ਹੀ ਜਾਣੇ ਹੋ, ਕਿਉਂ ਉਹ ਕਰਦੇ ਹੋ? ਕਹਿੰਦੇ ਨਹੀਂ ਪਾਪਾ ਜੀ ਹੁਣ ਮੈਂ ਠੀਕ ਰਹੂੰਗੀ ਉੱਥੇ। ਚਲੋ ਮੈਂ ਕਿਹਾ ਉਹਦਾ ਵਰਕ ਪਰਮਿਟ ਵਧਾ, ਤੁਸੀਂ ਸੌਖੇ ਰਹੋ ਅਤੇ ਕੋਈ ਤੁਹਾਨੂੰ ਤੰਗ ਪਰੇਸ਼ਾਨ ਕਰਨ ਵਾਲਾ ਹੈ ਨਹੀਂ ਉੱਥੇ, ਤੁਸੀਂ 2 ਹੀ ਜੀਓ। ਅਤੇ ਕਹਿੰਦੇ ਚਲੋ ਕੋਈ ਗੱਲ ਨਹੀਂ ਪਾਪਾ ਜੀ, ਮੈਂ ਉੱਥੇ ਜਾ ਕੇ ਜਾਂਦੀ ਹਾਂ, ਮੈਂ ਉੱਥੇ ਜਾ ਕੇ ਉਹਦਾ ਵਰਕ ਪਰਮਿਟ ਵਧਾ ਦੂੰ, ਪਰ ਮੇਰੇ ਮੰਮਾ ਡੈਡੀ ਨਾਲ ਗੱਲ ਕਰ ਲਿਓ। ਇੰਨੀ ਕਹਿ ਕੇ ਉਹ ਕੁੜੀ ਸਾਡੇ ਨਾਲ ਉੱਠ ਕੇ ਬਚ ਚਲੀ ਗਈ। ਅੱਛਾ। ਉਹਦੇ ਮੰਮੀ ਡੈਡੀ ਬੈਠੇ ਸੀ ਅਤੇ ਉਹ ਵੀ ਉੱਧਰ ਚਲੇ ਗਏ ਉਹਦੇ ਮਗਰੇ। ਫਿਰ ਮੈਂ ਚਰਨਜੀਤ ਨੂੰ ਕਿਹਾ, ਮੈਂ ਕਿਹਾ ਚਰਨਜੀਤ ਵੀ ਕੀ ਕਹਿ ਕੇ ਗਈ ਹੈ ਮਗਰਲਾ ਸ਼ਬਦ, ਵੀ ਮੇਰੇ ਮੰਮੀ ਡੈਡੀ ਨੂੰ ਮਿਲ ਲਓ, ਤੂੰ ਪੁੱਛ ਉਹਨਾਂ ਨੂੰ ਕੀ ਕਹਿੰਦੇ ਨੇ। ਚਰਨਜੀਤ ਉਹਨਾਂ ਦੇ ਦੂਜੇ ਕਮਰੇ 'ਚ ਬੈਠ ਕੇ ਜਾ ਕੇ ਗੱਲ ਕੀਤੀ। ਉਹ ਕਹਿੰਦਾ ਵੀ ਦੇਖੋ ਵਰਕ ਪਰਮਿਟ ਵਧਾਉਣਾ ਹੈ ਤਾਂ ਸਾਨੂੰ 32 ਲੱਖ ਰੁਪਇਆ ਦਿਓ। ਮੈਂ ਕਿਹਾ ਵੀ ਉਹ ਕਾਹਦਾ? ਮੈਂ ਚਰਨਜੀਤ ਨੂੰ ਕਹੀ ਇਹ ਗੱਲ, ਉਹਨਾਂ ਨਾਲ ਮੇਰੀ ਕੋਈ ਗੱਲ ਨਹੀਂ ਹੋਈ ਇਸ ਵਿਸ਼ੇ 'ਤੇ, ਨਾ ਮੇਰੇ ਸਾਹਮਣੇ ਵਿਚੋਲੇ ਨੇ ਇਹ ਗੱਲ ਕਹੀ। ਮੈਂ ਵਿਚੋਲੇ ਨੂੰ ਕਿਹਾ, ਮੈਂ ਕਿਹਾ 32 ਲੱਖ ਰੁਪਇਆ ਕਾਹਦਾ? ਅਤੇ ਚਲੋ ਅਸੀਂ ਉੱਥੋਂ ਉੱਠ ਕੇ ਤੁਰੇ। ਉਹ ਆ ਕੇ ਆਉਂਦੇ ਉਹਨੇ ਸਾਰੀ ਦੱਸੀ। ਕਹਿੰਦਾ ਵੀ ਉਹ ਤਾਂ ਭਾਈ ਪੈਸੇ ਦੇ ਲਾਲਚ 'ਚ ਇਹ ਕੰਮਾਂ ਨੂੰ ਉਹ ਕਰਨ ਲੱਗ ਗਏ, ਪੈਸੇ ਦਾ ਲਾਲਚ ਕਰਨ ਲੱਗ ਗਏ। ਚਲੋ ਅਸੀਂ ਉੱਥੋਂ ਤੁਰੇ ਆ ਗਏ। ਆ ਕੇ ਫਿਰ ਇਹਦੇ ਨਾਲ ਗੱਲ ਕੀਤੀ ਵੀ ਇਹ ਕਹਿੰਦਾ ਜੀ ਉੱਥੇ ਆ ਗਈ, ਮੇਰੇ ਲਵੇ ਆਈ ਹੈ ਆ ਕੇ 17 ਤਰੀਕ ਨੂੰ। ਮੇਰੇ ਲਵੇ ਸਾਰਾ ਸਮਾਨ ਕੋਈ ਨਹੀਂ ਲੈ ਕੇ ਆਈ, ਟੈਚੀ ਟੂਚੀ ਆਪਦਾ ਜਿਹੜਾ ਸਮਾਨ ਉਹ ਕਿਤੇ ਹੋਰ ਰੱਖ ਕੇ ਗਈ ਹੈ। ਆ ਕੇ ਮੇਰੇ ਲਵੋ ਜਿਹੜਾ ਸਮਾਨ ਉਹਦਾ ਹੈਗਾ ਸੀਗਾ ਉਹ ਸਾਰਾ ਚੱਕ ਕੇ ਲੈ ਗਈ ਉੱਥੋਂ। ਅੱਛਾ। 17 ਤਰੀਕ ਦੀ ਸ਼ਾਮ ਨੂੰ ਜਦੋਂ ਕਹਿੰਦਾ ਉੱਥੇ ਗਈ ਹੈ ਤਾਂ ਉਹ ਸਾਰਾ ਸਮਾਨ ਚੱਕ ਕੇ ਲੈ ਗਈ ਉੱਥੋਂ, ਮੇਰੇ ਲਵੇ ਨਹੀਂ ਰਹੀ ਹੈਗੀ ਉਹ। ਅਤੇ ਮੈਂ ਉਹਨੂੰ ਪੁੱਛਿਆ ਵੀ ਕੀ ਗੱਲ ਹੋ ਗਈ? ਕਹਿੰਦਾ ਮੈਨੂੰ ਨਹੀਂ, ਕਹਿੰਦੀ ਵੀ ਮੇਰੇ ਮੰਮਾ ਡੈਡੀ ਨਾਲ ਗੱਲ ਕਰ ਲਓ ਬਸ, ਇੰਨਾ ਕਹਿ ਕੇ ਉੱਥੋਂ ਚਲੀ ਗਈ ਉਹ। ਮੁੜ ਕੇ ਇਹਦੇ ਨਾਲ ਕੋਈ ਉਹਨੇ ਰਿਲੇਸ਼ਨ ਨਹੀਂ ਕੀਤਾ। ਇਹਨੇ ਫੋਨ 'ਤੇ ਫਿਰ ਆਉਣ ਵੇਲੇ ਵੀ ਕਿਹਾ ਮੇਰਾ ਵਰਕ ਪਰਮਿਟ ਦਾ, ਜਾਂ 2 ਵਾਰੀ ਗੱਲਾਂ ਹੋਈਆਂ ਜਿਹੜੀਆਂ ਉਹਦੇ ਜਾਣ ਦੀ ਸਿਰਫ ਇਹੀ ਗੱਲ ਕਹਿੰਦੀ ਰਹੀ, ਜੇ ਤਾਂ ਮੈਨੂੰ 32 ਲੱਖ ਰੁਪਇਆ ਦਾ ਹੋਵੇ ਪੈਸੇ ਪੇਮੈਂਟ ਤੋਂ ਬਾਅਦ ਹੋ, ਜਾਂ ਮੈਨੂੰ 32 ਲੱਖ ਰੁਪਇਆ ਮੇਰੇ ਮਾਤਾ ਪਿਤਾ ਨੂੰ ਉੱਥੇ ਪਹੁੰਚਦਾ ਕਰ ਦੋ, ਮੈਂ ਤੇਰਾ ਵਰਕ ਪਰਮਿਟ ਵਧਾ ਦੂੰਗੀ। ਅੱਛਾ। ਫਿਰ ਇਹ ਅਸੀਂ ਜਦੋਂ ਜ਼ਿਆਦਾ ਤੰਗ ਪਰੇਸ਼ਾਨ ਕਰਨ ਲੱਗ ਗਏ, ਇਹਨੂੰ ਧਮਕੀਆਂ ਆਉਣ ਲੱਗ ਗਈਆਂ, ਇੰਨਾ ਡਿਪਰੈਸ਼ਨ 'ਚ ਰਹਿਣ ਲੱਗ ਗਿਆ। ਜਦੋਂ ਬੱਚਾ ਇੱਕ ਤਾਂ ਪਹਿਲੀ ਗੱਲ ਤਾਂ ਇਕੱਲਾ ਸੀਗਾ ਇਹ, ਅਤੇ ਕੋਈ ਇਹਦੀ ਸਪੋਰਟ ਨਾ ਉੱਥੇ ਦਿਖੇ ਇਹਨੂੰ। ਇਹ ਉੱਥੋਂ ਫਿਰ ਮੈਨੂੰ ਕਹਿੰਦਾ ਕੀ ਕਰੀਏ? ਮੈਂ ਕਿਹਾ ਪੁੱਤ ਦੇਖੋ ਗੱਲ ਸੁਣੋ, ਜੋ ਹੋ ਗਿਆ ਤੂੰ ਐਂ ਕਰ, ਜੇ ਤਾਂ ਇਹ ਵਰਕ ਪਰਮਿਟ ਵਧਾਉਂਦੀ ਹੈ ਤਾਂ ਠੀਕ ਹੈ, ਨਹੀਂ ਆਪਦਾ ਚੁੱਪ ਕਰਕੇ ਇੱਧਰ ਵਾਪਸ ਆ ਜਾ, ਫਿਰ ਹੋਰ ਕੀ ਇਲਾਜ ਹੈ। ਫਿਰ ਅਸੀਂ ਅਮਰੀਕਾ ਤੋਂ ਪੈਸੇ ਇਕੱਠੇ ਉਹਨਾਂ ਤੋਂ ਇੱਧਰ ਇਹਦਾ ਟਿਕਟ ਲੈ ਕੇ ਭੇਜਿਆ। ਹਾਂਜੀ, ਉਹਨਾਂ ਨੇ ਟਿਕਟ ਲੈ ਕੇ ਇੱਧਰ ਵਾਪਸ ਆਉਣ ਵਾਸਤੇ ਉਹ ਕੀਤਾ। ਅਤੇ ਆਇਆ ਉਰੇ ਆ ਕੇ ਇੰਨਾ ਡਿਪਰੈਸ਼ਨ 'ਚ ਰਿਹਾ ਇਹ, ਇਹਨੂੰ ਇੰਨੀ ਸਾਹ ਹੋ ਜਾਣ ਦੀ ਉਹ ਕੀਤਾ ਵੀ ਕੋਈ ਤੂੰ ਉਹ ਨਾ ਕਰ, ਜੋ ਨੁਕਸਾਨ ਹੋਇਆ ਸਾਡਾ ਹੋਇਆ, ਤੇਰਾ ਨਹੀਂ ਹੋਇਆ, ਤੂੰ ਭੁੱਲ ਜਾਏ ਗੱਲਾਂ ਨੂੰ। ਜਾਣੀ ਦੀ ਉਹਦੇ ਤੋਂ ਲੈ ਕੇ ਇਹ ਅੱਜ ਤੱਕ ਕਿਸੇ ਨਾਲ ਹੱਸਦਾ ਨਹੀਂ, ਕਿਸੇ ਨਾਲ ਗੱਲਾਂ ਬਾਤਾਂ ਨਹੀਂ ਕਰਦਾ, ਆਪਦਾ ਅੰਦਰ ਪਿਆ ਰਹਿੰਦਾ। ਅਸੀਂ ਬਹੁਤ ਜਾਣਦੀ ਇਹ ਗੱਲਾਂ ਤੋਂ ਹਾਂ ਵੀ ਸਾਡਾ ਜੇ ਇਹ ਜਿਹੇ ਜਿਵੇਂ ਇੱਥੇ ਲਵਪ੍ਰੀਤ ਨੇ ਗੱਲ ਕੀਤੀ ਹੈ, ਕੋਈ ਅਸੀਂ ਸੁਸਾਈਡ ਗੱਲ ਕਰ ਲੈਂਦਾ ਹੈ ਤਾਂ ਸਾਡੇ ਲਈ ਕੀ ਰਹਿ ਜਾਂਦਾ। ਅਸੀਂ ਤਾਂ ਇਹੀ ਗੱਲ ਕਹਿੰਦੇ ਵੀ ਜੇ ਇਹ ਗੱਲਾਂ ਕੋਈ ਇਸ ਤਰ੍ਹਾਂ ਦੀ ਕੋਈ ਕਹਾਣੀ ਵਾਪਰਦੀ ਹੈ, ਪਹਿਲੀ ਗੱਲ ਤਾਂ ਪਰਮਾਤਮਾ ਕਾਹਨੂੰ ਕਰੇ। ਜੇ ਇਹੋ ਜਿਹੀ ਕੋਈ ਕਹਾਣੀ ਵਾਪਰਦੀ ਹੈ ਤਾਂ ਇਹਦੀ ਜ਼ਿੰਮੇਵਾਰ ਰਤਨਜੋਤ ਕੌਰ ਅਤੇ ਬਲਜਿੰਦਰ ਸਿੰਘ ਉਹਦਾ ਪਿਤਾ ਅਤੇ ਉਹਦੀ ਮਾਤਾ ਭੁਪਿੰਦਰ ਕੌਰ, ਇਹ ਤਿੰਨੇ ਜ਼ਿੰਮੇਵਾਰ ਨੇ। ਅਸੀਂ ਇਹਨੂੰ ਬਹੁਤ ਸਮਝਾਉਂਦੇ ਹਾਂ, ਬਹੁਤ ਇਹਦੇ 'ਤੇ ਜ਼ੋਰ ਲਾ ਰਹੇ ਹਾਂ, ਹਰ ਵਕਤ ਡਿਪਰੈਸ਼ਨ 'ਚ ਰਹਿੰਦਾ। ਇੱਥੋਂ ਤੱਕ ਉਦੋਂ ਬਾਅਦ ਜਦੋਂ ਆਏ ਹਾਂ, ਉਰੇ ਆਉਣ ਤੋਂ ਬਾਅਦ ਇਹ ਤੋਂ ਅਸੀਂ ਫਿਰ
ਉਹਨਾਂ ਨੇ ਸਾਡੇ 'ਤੇ NRI ਵਿੰਗ ਬਠਿੰਡਾ ਵਿਖੇ ਕੇਸ ਕਰ ਪਾਤਾ ਵੀ ਸਾਡੀ ਕੁੜੀ ਨੂੰ ਤੰਗ ਪਰੇਸ਼ਾਨ ਕਰਦੇ ਨੇ ਜੀ। ਉੱਧਰੋਂ ਅਮਰੀਕਾ 'ਚ ਉਹਨਾਂ ਨੂੰ ਫੋਨ ਗਲਤ ਕਰਦੇ ਨੇ ਜੀ। ਆਪਦੀ ਗੱਲ 'ਤੇ ਕਿਸੇ 'ਤੇ ਨਹੀਂ ਆਏ ਹੈਗੇ। NRI ਵਿੰਗ ਵਾਲਿਆਂ ਨੇ ਸਾਨੂੰ ਨੋਟਿਸ ਭੇਜਤਾ। ਨੋਟਿਸ 'ਤੇ ਅਸੀਂ ਹਾਜ਼ਰ ਹੋਏ ਉੱਥੇ, ਸਾਰਾ ਆਪਦੇ ਸਬੂਤ ਦਿੱਤੇ ਵੀ ਅਸੀਂ ਇੰਨੇ ਪੈਸੇ ਲਾ ਕੇ ਅਸੀਂ ਐਂ ਕਰਕੇ ਸਾਰਾ 25.5 ਲੱਖ ਰੁਪਏ ਇਹਦੇ 'ਤੇ ਪਹਿਲਾਂ ਖਰਚ ਕਰਕੇ ਤੋਰਿਆ ਅਤੇ 15 ਤੋਲੇ ਸਾਡਾ ਸਿਉਣਾ ਇਹ ਲੈ ਕੇ ਗਈ ਹੈ, ਜੋ ਆਪਦੇ ਮਾਂ-ਬਾਪ ਨੂੰ ਦੇ ਗਈ ਜਾਂ ਜਿੱਥੇ ਮਰਜ਼ੀ ਉਹ ਕਰ ਗਈ। ਸਾਨੂੰ ਨਹੀਂ ਪਤਾ ਇਹਨੇ ਕੀ ਕੀਤਾ, ਵੇਚਿਆ ਜਾਂ ਆਪਦੇ ਮਾਂ-ਬਾਪ ਨੂੰ ਦਿੱਤਾ, ਸਾਨੂੰ ਕੋਈ ਪਤਾ ਨਹੀਂ ਇਹਦੇ ਬਾਰੇ। ਉੱਥੇ NRI ਵਿੰਗ ਤੁਸੀਂ ਤੇ ਅਮਨਦੀਪ ਗਏ ਸੀਗੇ? ਮੈਂ ਵੀ ਗਿਆ ਸੀ, ਇਹਦਾ ਡੈਡੀ ਵੀ ਆਇਆ ਹੋਇਆ ਸੀਗਾ, ਉਸ ਟਾਈਮ ਆ ਗਿਆ ਸੀਗਾ ਉਹ। ਹਾਂਜੀ, ਇਹਦਾ ਡੈਡੀ, ਮੈਂ ਅਤੇ ਅਸੀਂ 5-6 ਜਣੇ ਗਏ ਸੀਗੇ, ਅਮਨਦੀਪ ਵੀ ਨਾਲ ਸੀਗਾ। ਅਸੀਂ ਸਾਰੇ ਸਬੂਤ ਦਿੱਤੇ ਉਹਨਾਂ ਨੂੰ, ਲਿਖਤੀ ਰਿਕਾਰਡਿੰਗਲੀ ਜੋ ਛੱਡ ਲਵੇ ਹੈਗੇ ਸਾਰਾ ਕੁਝ ਦੇਖ ਕੇ ਅਸੀਂ। ਉਹ ਕਹਿੰਦੇ ਸਾਨੂੰ ਸੁਣਿਆ, 2 ਵਾਰੀ ਬੁਲਾਇਆ ਉੱਥੇ। 2 ਵਾਰੀ ਬੁਲਾਉਣ ਤੋਂ ਬਾਅਦ ਕਹਿੰਦਾ ਵੀ ਤੁਹਾਡਾ ਕੋਈ ਕਸੂਰ ਨਹੀਂ ਹੈਗਾ। ਉਹਨਾਂ ਦੇ ਸਿਰਫ ਇੱਕੋ ਹੀ ਗੱਲ ਸੀ, ਸਾਨੂੰ 32 ਲੱਖ ਰੁਪਇਆ ਦਵਾ ਦਿਓ, ਸਾਡਾ ਸਮਝੌਤਾ, ਹੋਰ ਕੀ ਹੈ ਸਾਡਾ। ਬਸ ਆਹੀ ਗੱਲ ਉੱਥੇ NRI ਵਿੰਗ 'ਚ ਵੀ ਉਹਨਾਂ ਨੇ ਇਹੀ ਗੱਲ ਕਹੀ। ਹਾਲੇ ਵੀ ਮਤਲਬ 32 ਲੱਖ ਦੀ ਕੁੰਡੀ ਅੜੀ ਹੋਈ ਸੀਗੀ ਉਹਨਾਂ ਦੀ? ਬਿਲਕੁਲ ਜੀ, ਅੜੀ ਹੋਈ ਹੈ। ਅਤੇ ਫਿਰ ਉਹੀ ਦਰਖਾਸਤ NRI ਵਿੰਗ ਪਟਿਆਲਾ ਵਿਖੇ ਇਨਕੁਆਰੀ ਹੋਈ ਦੀ। NRI ਵਿੰਗ ਵਾਲਿਆਂ ਨੇ ਵੀ ਉਹੀ ਜਾ ਕੇ ਉਹਨਾਂ ਜਦੋਂ ਗੱਲ ਹੋਈ, ਉਹ ਕਹਿੰਦਾ ਜੀ ਅਸੀਂ ਤਾਂ ਬਾਰ-ਬਾਰ ਕਹਿ ਰਹੇ ਹਾਂ। ਉਹ ਕਹਿੰਦਾ ਜੀ ਜਦੋਂ ਵੀ ਤੁਸੀਂ ਗੱਲ ਕਰਦੇ ਹੋ 32 ਲੱਖ ਦੀ ਗੱਲ ਕਰਦੇ ਹੋ, ਅਸੀਂ ਕਹਿੰਦੇ ਮੁੰਡੇ ਦਾ ਵਰਕ ਪਰਮਿਟ ਲਵਾਉਣਾ ਹੈ। ਉਹ ਕਹਿੰਦੇ ਵੀ ਇਹਨਾਂ ਦੇ 25-30 ਲੱਖ ਰੁਪਏ ਜਿਹੜਾ ਲੱਗਿਆ ਹੋਇਆ, ਜਿਹੜਾ ਸਿਉਣਾ ਗਿਆ ਹੋਇਆ, ਉਹ ਸਾਰਾ ਕਿੱਥੇ ਗਿਆ? ਉਹ ਕਹਿੰਦਾ ਸਾਡੀ ਕੁੜੀ ਇਹਨਾਂ ਦੀ ਨੂੰਹ 'ਤੇ ਉਸ ਟਾਈਮ ਇਹਨਾਂ ਨੇ ਖਰਚ ਕੀਤਾ ਤਾਂ। ਬਸ ਇੰਨਾ ਕਹਿ ਕੇ ਚੁੱਪ ਕਰ ਜਾਂਦੇ ਸੀਗੇ। ਅਤੇ ਉਸ ਤੋਂ ਬਾਅਦ ਜਦੋਂ ਅਸੀਂ ਇਹਦੇ ਦੌਰਾਨ ਅਸੀਂ ਇੱਥੇ ਧੂਰੀ ਥਾਣੇ 'ਚ ਦਰਖਾਸਤ ਦਿੱਤੀ, ਜਦੋਂ ਇਹਦਾ ਡੈਡੀ ਆ ਗਿਆ ਉਹਦੇ ਦਰਖਾਸਤ ਦੇ ਕੇ ਵੀ ਐਂ ਕਰਕੇ ਸਾਡੇ ਨਾਲ 420 ਹੋਈ ਹੈ, ਸਾਡੇ ਨਾਲ ਧੋਖਾਧੜੀ ਹੋਈ ਹੈ। ਉਹਨਾਂ ਨੇ ਇੱਥੋਂ SHO ਸਾਹਿਬ ਨੇ ਉਹਨਾਂ ਨੂੰ ਸੰਮਨ ਕੀਤਾ। ਸੰਮਨ 'ਤੇ ਆਏ ਇੱਕ ਦਿਨ, ਬਸ ਮੁੜ ਕੇ ਨਹੀਂ ਆਏ ਹੋਗੇ। ਸਾਰੇ ਸਾਡੇ ਸਬੂਤ ਲਾ ਕੇ, ਸਾਰੇ ਸਾਡੇ ਬਿਆਨ ਲੈ ਕੇ ਉਹਨਾਂ ਨੇ SHO ਸਾਹਿਬ ਨੇ ਆਪਦੀ ਇਨਕੁਆਇਰੀ ਪੂਰੀ ਕਰਕੇ ਡਿਪਟੀ ਸਾਹਿਬ ਨੂੰ ਭੇਜਤੀ। ਡਿਪਟੀ ਸਾਹਿਬ ਨੇ ਉਹਦੇ 'ਚ ਉਹਨਾਂ ਨੇ ਬਲਕਿ ਇਹ ਕਿਹਾ, ਕਹਿੰਦਾ ਵੀ ਇਹਨਾਂ ਨਾਲ ਵਾਕਈ 400 ਜਿਹੜੀ 420 467 ਬਣਦੀ ਇਹਨਾਂ ਦੀ ਕਾਰਵਾਈ ਕੀਤੀ ਜਾਵੇ, ਬਣਦੀ ਯੋਗ ਹੈ। ਅਸੀਂ ਉਸ ਤੋਂ ਬਾਅਦ ਚਲੋ ਦਰਖਾਸਤ ਜੋ SSP ਦੇ ਦਫ਼ਤਰ ਜਾਣੀ ਸੀਗੀ, ਅਸੀਂ ਉੱਥੇ ਗਏ। ਉੱਥੋਂ DA ਲੀਗਲ SSP ਸਾਹਿਬ ਨੇ DA ਲੀਗਲ ਨੂੰ ਮਾਰਕ ਕਰਤੀ। DA ਲੀਗਲ ਨੂੰ ਮਾਰਕ ਕੀਤੀ ਹੋਈ। ਅਸੀਂ ਉਹਨਾਂ ਨੂੰ ਮਿਲੇ। ਉਹ ਕਹਿੰਦੇ ਜੀ ਤੁਹਾਡੀ ਨੂੰਹ ਤੀ, ਤੁਸੀਂ ਆਪਣੀ ਨੂੰਹ 'ਤੇ ਖਰਚ ਕੀਤਾ। ਮੈਂ ਕਿਹਾ ਜੀ ਨੂੰਹ ਉਹਨਾਂ ਚਿਰ ਸੀ ਜਿੰਨਾ ਚਿਰ ਸਾਡਾ ਬੇਟੇ ਨਾਲ ਉਹਦੇ ਸੰਬੰਧ ਸੀਗੇ। ਜਦੋਂ ਸਾਡਾ ਬੇਟਾ ਤਾਂ 15/3 ਨੂੰ ਉੱਥੇ 15/5 ਨੂੰ ਉੱਥੇ ਗਿਆ, 13/5 ਨੂੰ 13/5/18 ਨੂੰ ਉੱਥੇ ਗਿਆ, ਉਹਦੇ ਤੋਂ ਲੈ ਕੇ ਸਾਡੀ ਨੂੰਹ ਤਾਂ ਰਹੀ ਹੀ ਨਹੀਂ ਹੈਗੀ। ਜਦੋਂ ਸਾਡੇ ਵਿੱਚ ਨਾਲ ਕੋਈ ਸੰਬੰਧ ਹੀ ਨਹੀਂ ਹੈਗੇ, ਨੂੰਹ ਪੁੱਤ ਵਾਲੇ ਦੇ ਸੰਬੰਧ ਹੀ ਨਹੀਂ ਰੱਖੇ ਹੈਗੇ ਉਹਨੇ। ਅਤੇ ਨਹੀਂ ਫਿਰ ਵੀ ਕਹਿੰਦਾ ਉਹ ਤਾਂ ਬੱਜੂ ਤਾਂ ਨੂੰਹ ਹੈ ਤੁਹਾਡੀ, ਖਰਚਾ ਤਾਂ ਤੁਹਾਨੂੰ ਹੀ ਕੀਤਾ, ਤੁਸੀਂ ਕੋਈ ਉਹਨੇ ਜਾਇਜ਼ ਨਹੀਂ ਕੀਤਾ ਹੈਗਾ। ਬਸ ਇੰਨਾ ਕਹਿ ਕੇ ਉਹਨੇ ਦਾਖਲ ਦਫ਼ਤਰ ਕਰਤੀ। ਫਿਰ ਉਸ ਤੋਂ ਬਾਅਦ SSP ਸਾਹਿਬ ਬਦਲ ਗਏ। ਅਸੀਂ ਫਿਰ SSP ਸਾਹਿਬ ਦੇ ਦਰਖਾਸਤ ਦਿੱਤੀ ਵੀ ਸਾਡੀ ਇਨਕੁਆਇਰੀ ਹੋਵੇ, ਇਹਦੇ 'ਚ ਸਹੀ ਪੜਤਾਲ ਕਰੋ, ਸਾਡੇ ਨਾਲ 420 ਹੋਈ ਹੈ ਇਹ। ਉਹਨਾਂ ਨੇ ਫਿਰ ਦੁਬਾਰੇ DA ਲੀਗਲ ਨੂੰ ਕਰਤਾ। ਉਹਨੇ DA ਲੀਗਲ ਨਾਲ ਪਤਾ ਨਹੀਂ ਕੀ ਸੰਬੰਧ ਸੀਗੇ ਉਹਨਾਂ ਦੇ, ਕੀ ਅਪਰੋਚ ਸੀ, ਸਾਨੂੰ ਨਹੀਂ ਪਤਾ ਇਹਦੇ ਬਾਰੇ। ਉਹ ਫਿਰ ਉਹਨਾਂ ਤੋਂ ਉਹੀ ਸਾਤੋਂ ਉਹਨੂੰ ਦੁਬਾਰੇ ਦਖਲ ਦਫ਼ਤਰ ਕਰਨ ਵਾਸਤੇ ਫਿਰ ਕਹਿਤਾ। ਇਹਦੇ ਦੌਰਾਨ ਜਦੋਂ ਸਾਰਾ ਕੁਛ ਹੁੰਦਾ ਹੋਇਆ, ਹਰ ਵਕਤ ਡਿਪਰੈਸ਼ਨ 'ਚ ਰਹਿੰਦਾ ਉਹਦੇ ਦਾ। ਸਾਨੂੰ ਬਹੁਤ ਵੱਡਾ ਇਹਦੇ 'ਤੇ ਐਂ ਵੀ ਕੋਈ ਗਲਤੀ ਸਟੈਪ ਨਾ, ਕਿਸੇ ਤਰ੍ਹਾਂ ਦਾ ਵੀ ਗਲਤ ਸਟੈਪ ਨਾ ਚੱਕ ਲਏ। ਅਸੀਂ ਇਸ ਦੇ ਬਾਰੇ ਫਿਰ ਡਿਵੋਰਸ ਦਾ ਪਾਇਆ। ਡਿਵੋਰਸ 'ਤੇ ਆਏ ਇੱਕ ਵਾਰੀ, ਉੱਥੇ ਜਿਹੜੀ ਸਮਝੌਤਾ ਬ੍ਰਾਂਚ ਹੈ, ਸਮਝੌਤਾ ਬ੍ਰਾਂਚ 'ਚ ਗਏ। ਉੱਥੇ ਬਸ ਚੁੱਪ ਕਰਕੇ ਖੜ੍ਹ ਗਏ। ਕੋਈ ਕੁੜੀ ਨਹੀਂ ਆਈ ਹੈਗੀ। ਕੁੜੀ ਦਾ ਬਾਪ ਆਇਆ, ਕੁੜੀ ਤਾਂ ਆਈ ਹੀ ਨਹੀਂ ਹੈਗੀ। ਜੇ ਆਈ ਹੈ ਇੰਡੀਆ 'ਚ 2 ਵਾਰੀ ਆਈ ਹੈ। ਉਹ ਸਾਡੇ ਪਹਿਲਾਂ 18 'ਚ ਆਈ ਹੈ, ਫਿਰ 19 ਜਾਂ 20 'ਚ ਆਈ ਹੈ, ਜਦੋਂ ਉਹਦੇ ਭਾਈ ਦਾ ਵਿਆਹ ਸੀਗਾ। ਸਾਡੇ ਨਾਲ ਅੱਜ ਤੱਕ ਉਹਨਾਂ ਦਾ ਕੋਈ ਫੋਨ ਨਹੀਂ, ਕੋਈ ਸਾਡਾ ਸੰਬੰਧ ਨਹੀਂ ਉਹਦੇ ਨਾਲ। ਨਾ ਸਾਡੀ ਨੂੰਹ ਅੱਜ ਤਾਂ ਹੁਣ ਰਹੀ ਹੈ। ਜਦੋਂ ਸਾਡਾ ਬੇਟਾ ਤਾਂ ਉਰੇ ਬੈਠਾ ਤੰਗ ਪਰੇਸ਼ਾਨ ਹੋ ਰਿਹਾ, ਨੂੰਹ ਕਾਹਦੀ ਰਹਿ ਗਈ ਉਹ ਸਾਡੀ? ਸਾਡੇ ਨਾਲ ਤਾਂ 420 ਕਰ ਗਈ, ਸਾਡੇ ਤਾਂ 30-40 ਲੱਖ ਰੁਪਏ ਦਾ ਨੁਕਸਾਨ ਕਰ ਗਈ ਉਹ। ਸਾਡੇ ਬੇਟੇ ਨੂੰ ਹਰ ਵਕਤ ਡਿਪਰੈਸ਼ਨ ਰਹਿੰਦੀ ਹੈ। ਇੱਕ ਚੀਜ਼ ਹੋਰ ਦੱਸੋ ਕਿ ਜਿਸ ਤਰ੍ਹਾਂ ਅਮਨਦੀਪ ਨੇ ਵੀ ਗੱਲ ਕੀਤੀ ਹੈ ਕਿ ਉੱਥੇ ਮੁੰਡਿਆਂ ਦੇ ਨਾਲ ਰਿਲੇਸ਼ਨ ਸੀਗੇ, ਵੱਖੋ ਵੱਖਰੇ ਮੁੰਡਿਆਂ ਦੇ ਨਾਲ ਮਿਲਣ ਸੀਗਾ, ਕਿ ਪਹਿਲਾਂ ਵੀ ਕੋਈ ਇਸ ਤਰ੍ਹਾਂ ਦੀ ਗੱਲ ਸੀਗੀ ਬਾਅਦ ਦੇ ਵਿੱਚ ਤੁਹਾਨੂੰ ਪਤਾ ਲੱਗੀ ਹੋਵੇ, ਜਾਂ ਕੋਈ ਇੱਦਾਂ ਦੀ ਭਿਣਕ ਤੁਹਾਨੂੰ ਸੀਗੀ ਕਿ ਇੱਥੇ ਵੀ ਕੁਝ ਇਸ ਤਰ੍ਹਾਂ ਦਾ ਸੀਗਾ? ਇੱਥੇ ਕਿਸੇ ਤਰ੍ਹਾਂ ਦਾ ਕੋਈ ਮਾਹੌਲ ਉਰੇ ਬਿਲਕੁਲ ਸਾਫ਼ ਰਿਹਾ। ਉਰੇ ਕੋਈ ਇਸ ਤਰ੍ਹਾਂ ਦਾ ਨਹੀਂ ਸੀਗਾ। ਜਿੰਨਾ ਚਿਰ ਇੱਥੇ 11 ਮਹੀਨੇ ਦੇ ਕਰੀਬ ਰਹੀ ਹੈ। ਉਰੇ ਜਦੋਂ ਪੇਕੀ ਜਾਣਾ, ਉੱਥੇ ਸਾਨੂੰ ਨਹੀਂ ਪਤਾ ਹੈਗਾ ਵੀ ਕੋਈ ਹੋਵੇ। ਗਈ ਹੈ ਵੀ 5-4 ਵਾਰੀ ਗਈ ਹੈ, ਇਹ ਨਹੀਂ ਹੈ ਵੀ ਨਹੀਂ ਗਈ। ਉੱਥੇ ਜੋ ਮਰਜ਼ੀ, ਸਾਨੂੰ ਨਹੀਂ ਪਤਾ ਉਹਦੇ ਬਾਰੇ ਕਿੱਥੇ ਕਿਹੋ ਜਿਹੇ ਰਿਲੇਸ਼ਨ ਰੱਖਦੀ ਹੋਊਗੀ ਉੱਥੇ ਰਹਿ ਕੇ ਇਕੱਲੀ। ਪਰ ਉਰੇ ਜਿੱਦਾਂ ਰਹੀ ਹੈ ਉੱਥੇ ਕੋਈ ਕਿਸੇ ਤਰ੍ਹਾਂ ਦਾ ਨਹੀਂ ਹੋਇਆ ਹੈਗਾ। ਇੱਕ ਵਾਰੀ ਅਮਨਦੀਪ ਇਹ ਦੱਸਦਾ ਵੀ ਕਹਿੰਦਾ ਵੀ ਫੋਨ ਆਇਆ ਸੀਗਾ, ਰਸੋਈ 'ਚ ਕੰਮ ਕਰਦੀ ਸੀ, ਉਦੋਂ ਫੋਨ ਚੱਕ ਕੇ ਆਪਣੇ ਕਮਰੇ 'ਚ ਜਾ ਵੜੀ। ਬਸ ਇੰਨਾ ਕੁ ਇਹਨੇ ਜ਼ਰੂਰ ਮੈਨੂੰ ਦੱਸਿਆ ਸੀਗਾ। ਇਹ ਤਕਰੀਬਨ 5-6 ਮਹੀਨੇ ਬੀਤ ਵਿਆਹ ਤੋਂ ਬਾਅਦ ਦੀ ਗੱਲ ਹੈ। ਇਹੋ ਜਿਹੀ ਕੋਈ ਗੱਲ ਹੈਗੀ ਹੈ। ਵੂਮਨ ਕਮਿਸ਼ਨ ਦੇ ਨਾਲ ਕੋਈ ਗੱਲ ਹੋਈ? ਕਿਉਂਕਿ ਲਵਪ੍ਰੀਤ ਦੇ ਘਰ ਵੀ ਆਏ ਸੀਗੇ ਜਦੋਂ ਲਵਪ੍ਰੀਤ ਦੀ ਡੈਥ ਹੋਈ ਹੈ, ਸੁਸਾਈਡ ਕੀਤਾ ਉਹਨੇ, ਤਾਂ ਉੱਥੇ ਵੀ ਕਈ ਲੋਕ ਪਹੁੰਚੇ ਸੀਗੇ। ਤੁਸੀਂ ਵੀ ਉੱਥੇ ਗਏ ਸੀਗੇ, ਗੱਲਬਾਤ ਹੋਈ? ਕੀ ਗੱਲਬਾਤ ਹੋਈ ਹੈ? ਅਸੀਂ ਉੱਥੇ ਗਏ ਸੀਗੇ ਜੀ, ਧਨੌਲਾ ਵਿਖੇ ਲਵਪ੍ਰੀਤ ਦੇ ਘਰ ਗਏ। ਉੱਥੇ
ਪੱਤਰ ਪ੍ਰੇਰਕ ਤੇ ਜਿੰਨੇ ਮੀਡੀਆ ਵਾਲੇ ਸੀ ਉੱਥੇ ਪਹੁੰਚੇ ਹੋਏ ਸੀਗੇ। ਬਹੁਤ ਜ਼ਿਆਦਾ ਇਕੱਠ ਸੀ, ਤਕਰੀਬਨ 500 ਪਰਿਵਾਰ ਇਹੋ ਜਿਹਾ ਜਿਹੜਾ ਇਸ ਤਰ੍ਹਾਂ ਦਾ ਪ੍ਰਭਾਵਿਤ ਪਰਿਵਾਰ ਸੀਗਾ ਉੱਥੇ ਆਏ ਸੀਗੇ, ਜਿਨ੍ਹਾਂ ਨੇ ਜਾਣੀ ਦੀ ਸਾਰਿਆਂ ਨੇ ਆਪੋ ਆਪਦੇ ਰੋਣੇ ਰੋਏ ਨੇ, ਪੱਤਰਕਾਰ ਪ੍ਰੈਸ ਵਾਲਿਆਂ ਨੇ ਵੀ। ਅਤੇ ਉਹਨਾਂ ਨੇ ਸਾਡੇ ਤੋਂ ਦਰਖਾਸਤਾਂ ਫੜ ਲਈਆਂ, ਜਿਨ੍ਹਾਂ ਨੇ ਦਰਖਾਸਤਾਂ ਦਿੱਤੀਆਂ। ਦਰਖਾਸਤਾਂ ਲੈ ਕੇ ਉਹ ਕਹਿੰਦੇ ਵੀ ਤੁਸੀਂ ਸਾਨੂੰ ਆ ਕੇ ਉੱਥੇ ਮਿਲੋ, ਨਹੀਂ ਆਪਦੀ ਦਰਖਾਸਤ ਸਿੱਧੀ ਉੱਥੇ ਸਾਡੇ ਲਈ ਆਓ, ਅਸੀਂ ਤੁਹਾਨੂੰ ਤੁਹਾਡੇ ਨਾਲ ਸੰਪਰਕ ਕਰਾਂਗੇ। ਡੀਲਿੰਗ ਬਹੁਤ ਵਧੀਆ ਰਹੀ ਉਹਨਾਂ ਦੀ। ਹਾਂਜੀ, ਅਤੇ ਲੋਕਾਂ ਨੇ ਵਧੀਆ ਮੰਨਿਆ ਵੀ ਹਾਂ, ਜੋ ਅੱਜ ਲੇਡੀਜ਼ ਨੇ ਆ ਕੇ ਮਿਸਿਸ ਗੁਲਾਟੀ ਨੇ ਇੱਥੇ ਲੋਕਾਂ ਨਾਲ ਮੇਲ ਮਿਲਾਪ ਕੀਤਾ, ਵਧੀਆ ਕੀਤਾ। ਅਤੇ ਅਸੀਂ ਤਾਂ ਇਹੀ ਇਨਸਾਫ ਦੀਆਂ ਮੰਗ ਕਰ ਰਹੇ ਹਾਂ ਵੀ ਸਾਨੂੰ ਇਨਸਾਫ ਸਾਡਾ ਜਿਹੜਾ ਬਣਦਾ ਉਹ ਹੈ ਪੈਸਾ ਹੈ ਉਹ ਦਿਵਾਇਆ ਜਾਵੇ। ਅਤੇ ਵਾਰ-ਵਾਰ ਇਹੀ ਗੱਲ ਕਹਿ ਰਿਹਾ ਵੀ ਉਹ ਕੁੜੀ ਨੂੰ ਇੱਥੇ ਡਿਪੋਰਟ ਕਰਾਇਆ ਜਾਵੇ, ਕਿਉਂਕਿ ਸਾਡਾ ਨੁਕਸਾਨ ਕਰਕੇ ਉਹ ਆਪ ਕਨੇਡਾ 'ਚ ਐਸਾ ਰਤਾ ਕਰਦੀ ਹੈ ਅਤੇ ਸਾਡਾ ਬੇਟਾ ਇੱਥੇ ਤੰਗ ਪਰੇਸ਼ਾਨ ਹੋ ਰਿਹਾ ਹੈ, ਮੈਂਟਲੀ ਅਪਸੈਟ ਹੋਣ ਵਾਲਾ ਕੰਮ ਹੋਇਆ ਪਿਆ ਦਾ, ਹਰ ਵਕਤ ਟੈਨਸ਼ਨ 'ਚ ਰਹਿੰਦਾ ਹੈ। ਅਸੀਂ ਤਾਂ ਇਹੀ ਕਹਿੰਦੇ ਹਾਂ ਵੀ ਉਹ ਕੁੜੀ ਨੂੰ ਇੱਥੇ ਡਿਪੋਰਟ ਕਰਕੇ ਵਾਪਸ ਭੇਜਿਆ ਜਾਵੇ ਇੱਥੇ, ਅਤੇ ਸਾਡਾ ਜਿਹੜਾ ਜੋ ਨੁਕਸਾਨ ਹੋਇਆ ਉਹਦੀ ਭਰਪਾਈ ਕਰਾਈ ਜਾਵੇ। ਅਸੀਂ ਸਰਕਾਰ ਤੋਂ ਮੰਗ ਇਹੀ ਕਰਦੇ ਹਾਂ। ਲਵਪ੍ਰੀਤ, ਤੁਹਾਨੂੰ ਕਦੇ ਮਾਫ਼ ਕਰਨਾ ਅਮਨ, ਤੁਹਾਨੂੰ ਕਦੇ ਇਸ ਤਰ੍ਹਾਂ ਲੱਗਿਆ ਸੀ ਕਿ ਕੁੜੀ ਦੇ ਪਹਿਲਾਂ ਕਿਤੇ ਰਿਲੇਸ਼ਨ ਸੀ, ਕਿ ਕੋਈ ਇੱਦਾਂ ਦੀ ਕੋਈ ਗੱਲਬਾਤ ਬਾਅਦ ਦੇ ਵਿੱਚ ਜਾਣਕਾਰੀ ਕੋਈ ਇਸ ਤਰ੍ਹਾਂ ਮਿਲੀ ਹੋਵੇ? ਬਈ ਇੱਥੇ ਇੰਡੀਆ ਰਹਿੰਦੇ ਹੋਏ ਮੈਨੂੰ ਤਕਰੀਬਨ ਇੱਕ ਵਾਰੀ ਲੱਗਿਆ, ਕਿਉਂਕਿ ਜਦੋਂ ਰਸੋਈ 'ਚ ਕੰਮ ਕਰ ਰਹੇ ਸੀ ਉੱਥੇ ਮੈਂ ਲਵੇ ਖੜ੍ਹਾ, ਮੈਂ ਕੋਈ ਹੋਰ ਕਰ ਰਿਹਾ, ਉੱਥੋਂ ਬਈ ਫੋਨ ਚੱਕਿਆ, ਫਟਾਫਟ ਸ਼ੈਲਫ 'ਤੇ ਪਿਆ ਸੀ, ਸ਼ੈਲਫ ਤੋਂ ਫੋਨ ਚੱਕਿਆ, ਫਟਾਫਟ ਰੂਮ 'ਚ ਗਏ। ਰੂਮ 'ਚ ਜਾ ਕੇ ਤਕਰੀਬਨ 10 ਕੁ ਮਿੰਟਾਂ ਬਾਅਦ ਆਏ। ਉਦੋਂ ਮੈਨੂੰ ਮਾੜਾ ਜਿਹਾ ਡਾਊਟ ਹੋਇਆ ਸੀ, ਪਰ ਉੱਥੇ ਜਾ ਕੇ ਮੇਰਾ ਕਲੀਅਰ ਹੋ ਗਿਆ ਸੀ ਡਾਊਟ। ਇੱਕ ਹੋਰ ਚੀਜ਼ ਆ, ਲੋਕ ਜਿਹੜੇ ਆ ਪੰਜਾਬ ਦੇ ਵਿੱਚ ਕਈ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਦੇ ਵਿੱਚ ਫਸੇ ਹੋਏ ਆ। ਕਈ ਹਾਲੇ ਸੋਚ ਰਹੇ ਹੋਣਗੇ ਕਿ ਅਸੀਂ ਵੀ ਇਸ ਤਰ੍ਹਾਂ ਆਇਲਸ ਕਰਵਾਈਏ, ਆਪਣੀ ਨੂੰਹ ਨੂੰ ਅਤੇ ਬਾਹਰ ਵਿਦੇਸ਼ ਦੇ ਵਿੱਚ ਭੇਜ ਦਈਏ, ਬਾਅਦ ਦੇ ਵਿੱਚ ਸਾਡਾ ਲੜਕਾ ਵੀ ਚਲਾ ਜਾਊਗਾ। ਤਾਂ ਉਹਨਾਂ ਲੋਕਾਂ ਦੇ ਲਈ ਕੀ ਸੁਨੇਹਾ ਜਿਨ੍ਹਾਂ ਦੇ ਨਾਲ ਇਸ ਤਰ੍ਹਾਂ ਹੋ ਚੁੱਕਿਆ, ਔਰ ਜਿਨ੍ਹਾਂ ਦੇ ਨਾਲ ਹਾਲੇ ਆਪਾਂ ਕਹਿ ਸਕਦੇ ਕਿ ਜਿਹੜੇ ਸੋਚ ਰਹੇ ਆ ਉਹਨਾਂ ਦੇ ਨਾਲ ਇਹ ਚੀਜ਼ ਨਾ ਹੋਵੇ, ਤਾਂ ਉਹਨਾਂ ਦੇ ਲਈ ਤੁਸੀਂ ਕੀ ਕਹਿੰਦੇ ਹੋ ਕਿ ਕੀ ਸਾਵਧਾਨੀਆਂ ਇਹਨਾਂ ਲੋਕਾਂ ਨੂੰ ਵਰਤਣੀਆਂ ਚਾਹੀਦੀਆਂ? ਅਸੀਂ ਤਾਂ ਪਹਿਲੀ ਗੱਲ ਤਾਂ ਇਹ ਗੱਲ ਕਹਿੰਦੇ ਹਾਂ ਵੀ ਸਰਕਾਰਾਂ ਨੇ ਜਿਹੜੀਆਂ, ਚਾਹੇ ਉਹ ਪੰਜਾਬ ਦੀ ਚਾਹੇ ਹਿੰਦੁਸਤਾਨ ਦੀ, ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਕਰਕੇ ਉਰੇ ਹੀ ਬੱਚਿਆਂ ਨੂੰ ਰੁਜ਼ਗਾਰ ਦਿੱਤਾ ਜਾਵੇ, ਤਾਂ ਜੋ ਬਾਹਰ ਭੱਜਣ ਦੀ ਜਿਹੜੀ ਦੌੜ, ਬਾਹਰਲੀ ਦੌੜ 'ਚੋਂ ਉਹ ਤੋਂ ਨਿਕਲ ਸਕਣ। ਕਿਉਂਕਿ ਜਦੋਂ ਉਰੇ ਕੰਮ ਨਹੀਂ ਮਿਲਦਾ, ਰੁਜ਼ਗਾਰ ਨਹੀਂ ਮਿਲਦਾ, ਬੱਚੇ ਬੇਰੁਜ਼ਗਾਰ ਫਿਰਦੇ ਨੇ, ਕੋਈ ਆਮਦਨ ਦਾ ਸਾਧਨ ਨਹੀਂ ਹੈ, ਉਹ ਕਿਉਂ ਜਾਣਗੇ ਬਾਹਰ ਜਦੋਂ ਉਹਨਾਂ ਨੂੰ ਰੁਜ਼ਗਾਰ ਮਿਲੂਗਾ ਉਰੇ? ਅਤੇ ਜਿਹੜੇ ਬੱਚੇ ਆਈਲੈਟਸ ਕਰਕੇ ਜਾ ਰਹੇ ਨੇ, ਸਰਕਾਰਾਂ ਤੋਂ ਮੰਗ ਇਹੀ ਕਰਦੇ ਹਾਂ ਵੀ ਜੇ ਜਾਣਾ ਵੀ ਹੈ ਤਾਂ ਦੋਹੇ ਪਰਿਵਾਰ, ਮੁੰਡਾ ਅਤੇ ਕੁੜੀ ਨੂੰ, ਦੋਹਾਂ ਨੂੰ ਇਕੱਠਿਆਂ ਨੂੰ ਉੱਥੇ ਭੇਜਿਆ ਜਾਵੇ, ਤਾਂ ਕਿ ਜਿਹੜਾ ਇਸ ਤਰ੍ਹਾਂ ਦਾ ਕੋਈ ਕਾਰਵਾਈ ਹੁੰਦੀ ਹੈ ਉਹ ਨਾ ਹੋ ਸਕੇ। ਅਤੇ ਜਿੰਨਾ ਵੀ ਜਾਂਦੀ, ਜਿਹੜੇ ਵੀ ਆਈਲੈਟਸ ਕਰਾ ਕੇ ਚਾਹੇ ਕੁੜੀ ਜਾਂਦੀ ਹੈ ਚਾਹੇ ਮੁੰਡਾ ਜਾਂਦਾ ਹੈ, ਉਹਨਾਂ ਦੋਹਾਂ ਪਰਿਵਾਰਾਂ ਨੂੰ, ਜੇ ਕੁੜੀ ਵਾਲਿਆਂ ਦੀ ਆਈਲੈਟਸ ਕੀਤੀ ਹੋਈ ਹੈ ਤਾਂ ਮੁੰਡੇ ਵਾਲਿਆਂ ਨੂੰ ਇਹ ਚਾਹੀਦਾ ਵੀ ਉਹਦੇ ਨਾਲ ਕੋਈ ਕਮਿਟਮੈਂਟ ਇਸ ਤਰ੍ਹਾਂ ਦੀ ਪੱਕੀ ਕੀਤੀ ਜਾਵੇ ਵੀ ਕੋਈ ਇਸ ਤਰ੍ਹਾਂ ਦਾ ਕੋਈ ਜਿਹੜਾ ਫਰਾਡ ਨਾ ਹੋ ਸਕੇ ਜਿਹਦੇ ਨਾਲ। ਅਸੀਂ ਤਾਂ ਇਹੀ ਮੰਗ ਕਰਦੇ ਹਾਂ ਵੀ ਇਹ ਜੇ ਕਾਨੂੰਨ ਬਣਾਇਆ ਜਾਵੇ ਵੀ ਦੋਹੇ ਧਿਰਾਂ ਦੇ ਪਰ ਇੱਕ ਮੁੰਡਾ ਅਤੇ ਕੁੜੀ ਹੈ, ਇਕੱਲੇ ਜਾਣਾ ਵੀ ਕਰਕੇ ਵੀ ਹੈ, ਸਪੋਸ ਕਰਕੇ ਵੀ ਜਾਣਾ ਹੈ, ਕਿਉਂ ਨਾ ਇਕੱਠੇ ਦੋਹਾਂ ਨੂੰ ਭੇਜਿਆ ਜਾਵੇ, ਜਿਹਦੇ ਨਾਲ ਜਾਣੀ ਇਹ ਝਗੜੇ ਜਿਹੜੇ ਖਤਮ ਹੋ ਜਾਣਗੇ, ਅੱਧੇ ਨਾਲੋਂ ਵੱਧ ਝਗੜੇ ਖਤਮ ਹੋ ਜਾਣਗੇ ਇਹਦੇ ਨਾਲ। ਜਿੰਨੀਆਂ ਵੀ ਗੱਲਾਂ ਆਪਾਂ ਕੀਤੀਆਂ, ਜੇਕਰ ਲੜਕੀ ਪਰਿਵਾਰ ਤੋਂ ਅਸੀਂ ਇਹ ਜਾ ਕੇ ਸਵਾਲ ਪੁੱਛਦੇ ਹਾਂ, ਜੋ ਚੀਜ਼ਾਂ ਤੁਸੀਂ ਕਹੀਆਂ, ਜੋ ਇਲਜ਼ਾਮ ਲਗਾਏ ਆ, ਕਿ ਅਸੀਂ ਤੁਹਾਨੂੰ ਲੱਗਦਾ ਕਿ ਉਹਨਾਂ ਦੇ ਕੋਲੇ ਇਹਨਾਂ ਦੇ ਜਵਾਬ ਜਿਹੜੇ ਆ ਉਹ ਨਹੀਂ ਹੋਣਗੇ? ਤੁਸੀਂ ਸਾਰੀਆਂ ਗੱਲਾਂ ਜਿਹੜੀਆਂ ਵੀ ਕੀਤੀਆਂ ਨੇ ਉਹ ਤੱਥਾਂ ਦੇ ਆਧਾਰ 'ਤੇ ਕੀਤੀਆਂ? ਹਾਂਜੀ, ਬਿਲਕੁਲ ਅਸੀਂ ਤੱਥਾਂ ਦੇ ਆਧਾਰ 'ਤੇ ਕੀਤੀਆਂ ਨੇ। ਜੋ ਸਾਡਾ ਪੈਸੇ ਦੀ ਮੰਗ ਵਾਲੀ ਗੱਲ ਹੈ, ਹੁਣ ਬਾਅਦ ਦੀ ਮੰਗ ਵਾਲੀ ਗੱਲ ਹੈ, ਉਹ ਸਾਡੇ ਲਈ ਅਸੀਂ ਇਹ ਨਹੀਂ ਕਹਿੰਦੇ ਹੈਗੇ ਵੀ ਕੋਈ ਉਸ ਟਾਈਮ ਰਿਕਾਰਡਿੰਗ ਕੀਤੀ ਹੈ, ਰਿਕਾਰਡਿੰਗ ਕੋਈ ਨਹੀਂ ਕੀਤੀ, ਪਰ ਸਾਡੇ ਲਈ ਅਸੀਂ ਪਰਮਾਤਮਾ ਨੂੰ ਜਾਣ ਕੇ ਮੰਗ ਕਰਦੇ ਹਾਂ ਵੀ ਜੇ ਸਾਡੇ 'ਚ ਇੱਕ ਰਤਾ ਭਰੀ ਵੀ ਝੂਠ ਹੋਵੇ, ਅਸੀਂ ਗੁਰਦੁਆਰਾ ਸਾਹਿਬ ਜਾ ਕੇ ਨੇਮ ਚੱਕ ਕੇ ਕਹਿ ਸਕਦੇ ਹਾਂ ਵੀ ਸਾਥੋਂ ਮੰਗ ਕੀਤੀ ਹੈ। ਹਾਂਜੀ, ਨਾਲੇ ਕੁੜੀ ਦਾ ਜੋ ਜਾਣੀ ਦੀ ਵਿਚੋਲਗੀ ਦਾ ਜਿਹਨੇ ਰੋਲ ਅਦਾ ਕੀਤਾ ਹੈ ਉਹ ਮਾਮਾ ਹੈ, ਉਹਨੇ ਵੀ ਇਹੀ ਗੱਲ, ਉਹਨੂੰ ਵੀ ਇਹੀ ਗੱਲ ਕਹੀ ਹੈ ਉਹਨਾਂ ਨੇ। ਹਾਂਜੀ, ਅਸੀਂ ਇਦੋਂ ਬਾਅਦ ਅਸੀਂ ਜੋ ਬੋਲਿਆ ਉਹ ਸੱਚ ਬੋਲਿਆ, ਸੱਚ ਤੋਂ ਬਿਨਾਂ ਕੁਛ ਵੀ ਨਹੀਂ ਬੋਲਿਆ ਹੈਗਾ ਇਹਦੇ 'ਚ, ਜੋ ਸਾਡੇ ਨਾਲ ਬੀਤੀ ਹੈ। ਉਹਨਾਂ ਨੂੰ ਆਪਾਂ ਅੱਜ ਪੁੱਛੀਏ ਤਾਂ ਉਹ ਹੂਬਹੂ ਇਹੀ ਗੱਲਾਂ ਬਿਆਨ ਕਰਨਗੇ ਜਦੋਂ ਇਲਜ਼ਾਮ ਤੁਸੀਂ ਲਗਾ ਰਹੇ ਹੋ। ਜੇ ਵਿਚੋਲੇ ਨਾਲ ਆਪਾਂ ਗੱਲ ਕੀਤੀ, ਨਹੀਂ, ਉਹ ਆਪਦਾ ਪੱਖ ਪੇਸ਼ ਕਰਨਗੇ ਜੀ, ਵਿਚੋਲਾ ਕਹੂਗਾ, ਵਿਚੋਲਾ ਕਰੂਗਾ ਜੀ, ਬਿਲਕੁਲ। ਇਹ ਹੈ ਜੀ ਪੰਜਾਬ ਦੀ ਕੌੜੀ ਸੱਚਾਈ। ਪੰਜਾਬ ਦੇ ਵਿੱਚ ਬਹੁਤ ਸਾਰੇ ਨੌਜਵਾਨ ਜਿਹੜੇ ਆ ਇਸ ਤਰ੍ਹਾਂ ਹੋਣਗੇ ਜਿਨ੍ਹਾਂ ਦੇ ਨਾਲ ਇਸ ਤਰ੍ਹਾਂ ਦੀਆਂ ਠੱਗੀਆਂ ਜਿਹੜੀਆਂ ਉਹ ਵੱਜ ਚੁੱਕੀਆਂ ਨੇ, ਜਾਂ ਫਿਰ ਆਪਾਂ ਇਹ ਕਹਿ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਠੱਗੀਆਂ ਹੋ ਸਕਦੀਆਂ। ਇਸ ਇੰਟਰਵਿਊ ਦਾ ਮਕਸਦ ਇਹ ਸੀਗਾ ਕਿ ਸੱਚਾਈ ਜਿਹੜੀ ਆ ਉਹ ਲੋਕਾਂ ਤੱਕ ਜਾਵੇ। ਕੀ ਕੁਝ ਇਸ ਨੌਜਵਾਨ ਦੇ ਨਾਲ ਵਾਪਰਿਆ। ਧੂਰੀ ਪਿੰਡ ਦੇ ਨੌਜਵਾਨ ਅਮਨਦੀਪ ਸਿੰਘ ਹੈ, ਔਰ ਇਹਨੇ ਜੋ ਗੱਲਾਂ ਕਹੀਆਂ ਨੇ, ਘੱਟੋ ਘੱਟ ਨੌਜਵਾਨ ਜਿਹੜੇ ਆ ਉਸ ਤੋਂ ਕੋਈ ਨਾ ਕੋਈ ਸਿੱਖ ਲੈ ਸਕਣ, ਅੱਗੇ ਉਹਨਾਂ ਦੇ ਨਾਲ ਇਹ ਚੀਜ਼ਾਂ ਨਾ ਹੋਣ, ਇਸ ਗੱਲ ਦੀ ਪ੍ਰਤੋੜਤਾ ਕਰ ਸਕਣ ਕਿ
ਘੱਟੋ ਘੱਟ ਜਿਹੜੇ ਨਾਲ ਵੀ ਅਸੀਂ ਰਿਸ਼ਤਾ ਬਣਾ ਰਹੇ ਹਾਂ ਜਾਂ ਫਿਰ ਜਿਹਦੇ ਉੱਤੇ ਭਰੋਸਾ ਕਰਕੇ ਅਸੀਂ ਉਹਨੂੰ ਬਾਹਰ ਵਿਦੇਸ਼ ਦੀ ਧਰਤੀ ਦੇ ਉੱਤੇ ਭੇਜ ਰਹੇ ਹਾਂ, ਕੱਲ੍ਹ ਨੂੰ ਉਹ ਕਿਤੇ ਇਹ ਤਾਂ ਨਹੀਂ ਹੋਊਗਾ ਕਿ ਸਾਡੇ ਨਾਲ ਰਿਸ਼ਤਾ ਜਿਹੜਾ ਤੋੜ ਲੈਣਗੇ, ਕਿਤੇ ਇਹ ਤਾਂ ਨਹੀਂ ਹੋਊਗਾ ਕਿ ਸਾਨੂੰ ਹੋਰ ਮੁਸ਼ਕਲਾਂ ਦੇ ਵਿੱਚ ਪਾ ਦੇਣਗੇ। ਕਿਉਂਕਿ ਸੋਚ ਇਹੀ ਹੁੰਦੀ ਹੈ ਨੌਜਵਾਨਾਂ ਦੀ ਕਿ ਬਾਹਰ ਜਾਈਏ, ਵਿਦੇਸ਼ ਜਾਈਏ ਔਰ ਚੰਗਾ ਰੁਜ਼ਗਾਰ ਜਿਹੜਾ ਉਹ ਹਾਸਲ ਕਰੀਏ, ਉੱਥੇ ਜਾ ਕੇ ਇੱਕ ਚੰਗੀ ਜ਼ਿੰਦਗੀ ਜਿਹੜੀ ਹੈ ਉਹ ਬਤੀਤ ਕਰੀਏ, ਆਪਣੇ ਪਰਿਵਾਰ ਦੇ ਨਾਲ ਰਹੀਏ। ਪਰ ਜੇਕਰ ਇਸ ਤਰ੍ਹਾਂ ਵਾਪਰਨ ਲੱਗ ਜਾਵੇ ਤਾਂ ਫਿਰ ਉਹ ਇੱਥੋਂ ਵਾਲੀਆਂ ਮੁਸ਼ਕਲਾਂ ਤੋਂ ਵੀ ਵੱਧ ਮੁਸ਼ਕਲਾਂ ਜਿਹੜੀਆਂ ਨੇ ਉਹ ਉੱਥੇ ਵੇਖਦੇ ਆ। ਔਰ ਅੱਜ ਅਮਨਦੀਪ ਦੀ ਜਿਹੜੀ ਆ ਉਹ ਤੁਹਾਨੂੰ ਕਹਾਣੀ ਸੁਣਾਈ ਹੈ। ਕੋਸ਼ਿਸ਼ ਕਰਾਂਗੇ ਕਿ ਦੂਸਰਾ ਪਰਿਵਾਰ ਹੈ, ਜੋ ਲੜਕੀ ਪਰਿਵਾਰ ਹੈ, ਉਹਨਾਂ ਦਾ ਪੱਖ ਵੀ ਵਿਖਾਉਣ ਦੀ ਕੋਸ਼ਿਸ਼ ਕਰੀਏ ਕਿ ਉਹਨਾਂ ਦਾ ਇਸ ਮੁੱਦੇ ਦੇ ਉੱਤੇ ਕੀ ਕਹਿਣਾ। ਹਾਲਾਂਕਿ ਇਹ ਸਾਫ਼ ਤੌਰ ਦੇ ਉੱਤੇ ਇਹ ਕਹਿ ਰਿਹਾ ਕਿ ਅਸੀਂ ਇਸ ਗੱਲ ਦੀ ਸਹੁੰ ਦੇਣ ਦੇ ਲਈ ਤਿਆਰ ਹਾਂ, ਗੁਰਦੁਆਰਾ ਸਾਹਿਬ ਜਾਣ ਦੇ ਲਈ ਤਿਆਰ ਹਾਂ, ਜੋ ਗੱਲਾਂ ਕਹੀਆਂ ਨੇ ਉਹ ਬਿਲਕੁਲ ਹੂਬਹੂ ਸੱਚ ਨੇ। ਹੁਣ ਜਦੋਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ, ਜੇਕਰ ਉਹ ਕੈਮਰੇ 'ਤੇ ਆਉਂਦੇ ਆ, ਉਹ ਅੱਗੋਂ ਕੀ ਪੱਖ ਰੱਖਦੇ ਆ, ਉਹ ਵੀ ਤੁਹਾਨੂੰ ਜਿਹੜਾ ਉਹ ਦੱਸਾਂਗੇ। ਤੇ ਹੋਰ ਵੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਨੌਜਵਾਨ ਆ ਜਿਨ੍ਹਾਂ ਦੇ ਨਾਲ ਅਜਿਹਾ ਕੁਝ ਹੋਇਆ, ਉਹਨਾਂ ਦੀ ਕਹਾਣੀਆਂ ਵੀ ਤੁਹਾਨੂੰ, ਉਹਨਾਂ ਦੇ ਕਿੱਸੇ ਵੀ ਜਿਹੜੇ ਆ ਉਹ ਵੀ ਸੁਣਵਾਵਾਂਗੇ, ਤਾਂ ਜੋ ਘੱਟੋ ਘੱਟ ਇਹਨਾਂ ਚੀਜ਼ਾਂ ਤੋਂ ਕੋਈ ਸੇਧ ਲੈ ਸਕੇ। ਘੱਟੋ ਘੱਟ ਜੋ ਅੱਜ ਅਮਨਦੀਪ ਸਿੰਘ ਦੇ ਨਾਲ ਹੋਇਆ ਉਹ ਕਿਸੇ ਹੋਰ ਦੇ ਨਾਲ ਨਾ ਵਾਪਰੇ। ਕੈਮਰਾਮੈਨ ਪੰਕਜ ਦੇ ਨਾਲ ਮੈਂ ਜਤਿੰਦਰ ਸਿੰਘ, ਧੁਰੀ, FII ਮੀਡੀਆ। Please subscribe our channel and press the bell icon ताकि कोई भी नवी अपडेट तुझे बिल्कुल भी मिस ना करो।